ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜੇਹ ਆਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਅਜਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ ਤਵ ਸਰਬ ਨਾਮ ਕਥ ਕਵਨ ਕਰਮ ਨਾਮ ਵਰਣਤ ਸੁਮਤ। ਹਵਾਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ। ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਚੌਥਾ ਪੰਚ ਪਦਾ। ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ। ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕਉ ਦੇਹ ਵਡਿਆਈ। ਗੁਰਮਤਿ ਰਾਮ ਨਾਮ ਪ੍ਰਗਾਸੋ ਸਦਾ ਰਹੋ ਸਰਣਾਈ। ਰਹਾਉ ਇਹ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ। ਹਰ ਜੀਓ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸੁਮਾਣਾ। ਜਿਸ ਕੀ ਵਾਤ ਸੋਈ ਪ੍ਰਭ ਜਾਣੈ ਜਿਸਨੂੰ ਦੇ ਸੋ ਪਾਏ। ਵਸਤ ਅਨੂਪਾਤ ਅਗਮ ਅਗੋਚਰ ਗੁਰ ਪੂਰਾ ਲਖ ਲਖਾਏ। ਜਿਨਹਿ ਚਾਖੀ ਸੋਈ ਜਾਣੈ ਗੂੰਗੇ ਕੀ ਮਠਿਆਈ। ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰਖੈ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨ ਕੋਈ। ਸਭ ਕਿਛ ਤੇਰਾ ਤੂੰ ਅੰਤਰਜਾਮੀ ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੂੰ ਦਾਤ ਕਰਹਿ ਸੋ ਪਾਏ ਜਨ ਨਾਨਕ ਅਵਰ ਨ ਕੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ। ਦੀਨ ਦੁਨੀਆ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਵਡਭਾਗੀ ਜਨਾਂ ਨੇ ਗੁਰੂ ਘਰ ਦੀ ਹਾਜ਼ਰੀ ਭਰੀ। ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਪੰਜ ਬਾਣੀਆਂ ਦੇ
ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਉਪਰੰਤ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਜੋ ਆਪਾਂ ਰੋਜ਼ ਵਿਚਾਰਦੇ ਹਾਂ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਸੋਠ ਰਾਗ ਅੰਦਰ ਚੱਲ ਰਹੇ ਹਨ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਜੀ, ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਆਪਣਾ ਗੁਰੂ ਧਿਆਏ ਮਿਲ ਕੁਸਲ ਸੇਤੀ ਘਰ ਆਏ, ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ। ਗੁਰੂ ਸਾਹਿਬ ਆਪਣੇ ਨੇ ਜਿਨ੍ਹਾਂ ਨੂੰ ਧਿਆਨ ਕਰਕੇ ਆਪਣੇ ਨਿਜ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਨਾਮ ਦੀ ਵਡਿਆਈ ਹੈ, ਜਿਸ ਨਾਮ ਦੇ ਕਿਣਕੇ ਦੀ ਕੋਈ ਕੀਮਤ ਨਹੀਂ ਅੱਜ ਤੱਕ ਕਥਨ ਕਰਕੇ ਦੱਸ ਸਕਿਆ। ਕਿਣਕਾ ਏਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ, ਮਹਾਰਾਜ ਦੇ ਬਚਨ ਨੇ। ਕਿਉਂਕਿ ਨਾਮ ਦਾ ਕਿਣਕਾ ਵੀ ਇੱਕ ਓਨੀ ਸਮਰੱਥਾ ਰੱਖਦਾ ਜਿੰਨਾ ਨਾਮ ਦਾ ਖਜ਼ਾਨਾ ਜਾਂ ਭੰਡਾਰਾ। ਜਿਵੇਂ ਸੋਨਾ ਇੱਕ ਮਾਸਾ ਹੋਵੇ ਉਹ ਵੀ ਓਨਾ ਹੀ ਸ਼ੁੱਧ ਹੈ 24 ਕੈਰਟ ਦਾ, ਤੇ ਭਾਵੇਂ 1 ਕੁਇੰਟਲ ਹੋਵੇ 1 ਟਨ ਹੋਵੇ ਉਹ ਵੀ 24 ਕੈਰਟ ਦਾ ਹੀ ਹੈ, ਉਹਦੀ ਸ਼ੁੱਧਤਾ 'ਚ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਨਾਮ ਦਾ ਭਾਵੇਂ ਕਿਣਕਾ ਹੋਵੇ ਜਾਂ ਖਜ਼ਾਨਾ ਹੋਵੇ, ਉਹਦੀ ਸਮਰੱਥਾ 'ਚ ਕੋਈ ਫਰਕ ਨਹੀਂ। ਇੱਕ ਕਿਣਕਾ ਮਾਤਰ ਵੀ ਕਿਸੇ ਦੇ ਹਿਰਦੇ 'ਚ ਵਸ ਜਾਵੇ, ਉਸ ਦੀ ਵਡਿਆਈ, ਉਸ ਦੀ ਮਹਿਮਾ ਕਹਿਣ ਕਥਨ ਤੋਂ ਪਰੇ ਹੈ। ਇਸ ਲਈ ਮਹਾਰਾਜ ਜੀ ਨੇ ਸਾਧ ਸੰਗਤ ਜੀ ਇਹ ਵਾਰ-ਵਾਰ ਉਪਦੇਸ਼ ਦਿੱਤਾ, ਸੰਤੋ ਹਰ 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 ਆਰਾਧੋ। ਸੰਤ ਜਨੋ ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰੋ। ਕਿਉਂ ਕਰੀਏ ਜੀ? ਕੀ ਪ੍ਰਾਪਤ ਹੋਵੇਗਾ? ਤੇ ਮਹਾਰਾਜ ਦੇ ਬਚਨ ਨੇ, ਹਰ ਆਰਾਧ ਸਭੋ ਕਿਛ ਪਾਈਏ। ਹਰੀ ਦੀ ਆਰਾਧਨਾ ਕਰਕੇ ਸਭ ਕੁਝ ਪ੍ਰਾਪਤ ਹੋ ਜਾਂਦਾ। ਕਾਰਜ ਸਗਲੇ ਸਾਧੋ, ਕਹਿੰਦੇ ਸਾਰੇ ਕਾਰਜ ਸਫਲੇ ਹੋ ਜਾਂਦੇ, ਰਾਸ ਹੋ ਜਾਂਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਨ ਕਰਕੇ। ਇਸ ਲਈ ਇਹ ਜੋ ਜੀਵਨ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਵਾਸਤੇ ਹੀ ਬਖਸ਼ਿਸ਼ ਕੀਤਾ ਹੈ। ਇਸ ਦਾ ਜਿਹੜਾ ਮੁੱਖ ਮਨੋਰਥ ਹੈ ਉਹ ਖਾ ਪੀ ਲੈਣਾ, ਸੌਂ ਲੈਣਾ, ਜਾਗ ਲੈਣਾ, ਹੱਸ ਖੇਡ ਲੈਣਾ, ਇੰਨਾ ਕੁ ਨਹੀਂ। ਮਹਾਰਾਜ ਦੇ ਬਚਨ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਖਾ ਲਿਆ, ਪੀ ਲਿਆ, ਹੱਸ ਲਿਆ, ਖੇਡ ਲਿਆ, ਸੌਂ ਲਿਆ, ਜਾਗ ਲਿਆ, ਇਹ ਤਾਂ ਖੋਤੇ ਗਧੇ ਬਾਕੀ ਜੂਨਾਂ ਵੀ ਸਾਰੀਆਂ ਕਰ ਲੈਂਦੀਆਂ ਏਦਾਂ। ਫਿਰ ਤੇਰੇ 'ਚ ਤੇ ਉਹਨਾਂ 'ਚ ਕੋਈ ਬਹੁਤਾ ਫਰਕ ਨਹੀਂ ਰਹਿ ਜਾਂਦਾ। ਨਖਿੱਧ ਜੂਨੀਆਂ ਵੀ ਖਾਂਦੀਆਂ ਪੀਂਦੀਆਂ, ਆਪਣਾ ਪੇਟ ਭਰਦੀਆਂ, ਸੌਂਦੀਆਂ, ਜਾਗਦੀਆਂ, ਪਰ ਤੇਰੇ 'ਚ ਤੇ ਉਹਨਾਂ 'ਚ ਫਰਕ ਹੈ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਇਹ ਪਸ਼ੂਆਂ ਵਾਲਾ ਜੀਵਨ ਤਾਂ ਕਰ ਲਿਆ ਕਿਉਂਕਿ ਮੌਤ ਵਿਸਰ ਗਈ। ਖਸਮ ਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਖਸਮ ਨੂੰ ਭੁੱਲ ਜਾਣ ਕਰਕੇ ਖੁਆਰੀ ਹੈ। ਇਹ ਜੀਵਨ ਇਹ ਤਾਂ ਰਹਿਣਾ ਨਹੀਂ ਹੈ ਸਦਾ। ਪਰ ਜਿੰਨਾ ਹੋ ਸਕਦਾ ਪਰਉਪਕਾਰ, ਕੋਈ ਪੁੰਨ, ਕੋਈ ਭਲਾ, ਕੋਈ ਸਿਮਰਨ ਭਜਨ ਭਗਤੀ ਕਰ ਲੈਣੀ ਚਾਹੀਦੀ, ਕਿਉਂਕਿ ਜੀਵਨ ਦਾ ਮਨੋਰਥ ਹੈ ਇਹ। ਆਇਓ ਸੁਣਨ ਪੜਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਕਹਿੰਦੇ ਤੂੰ ਬਾਣੀ ਸੁਣਨ ਪੜਨ ਵਾਸਤੇ ਆਇਆ, ਪਰ ਨਾਮ ਦਾ ਚੇਤਾ ਭੁੱਲ ਗਿਆ, ਇਸ ਕਰਕੇ ਵਿਅਰਥ ਜਾ ਰਿਹਾ। ਜਿਸ ਕਾਰਜ ਲਈ ਆਇਆ ਸਾਂ ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਜਿਸ ਲਈ ਆਇਆ ਕਹਿੰਦੇ ਉਹ ਕਰ ਭਾਈ, ਤਾਂ ਕਰਕੇ ਤੇਰੇ ਮਨ 'ਚ ਹਰੀ ਵਸੇਗਾ। ਨਿਜ ਘਰ ਮਹਿਲ ਪਾਵੋ ਸੁਖ ਸਾਜੇ। ਬਹੁਤੇ ਖੇਚਲ ਤੋਂ ਬਿਨਾਂ ਸੁਖ ਨਾਲ ਹੀ ਤੈਨੂੰ ਆਪਣੇ ਨਿਜ ਘਰ ਦੀ ਨਿਜ ਸਰੂਪ ਦੀ ਪ੍ਰਾਪਤੀ ਹੋ ਜਾਏਗੀ। ਬੋਰ ਨਾ ਹੋਏਗਾ ਫੇਰਾ, ਤੇ ਫਿਰ ਵਾਰ-ਵਾਰ ਦਾ ਜੰਮਣਾ ਮਰਨਾ ਨਹੀਂ ਹੋਵੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ
ਮਨੁੱਖਾ ਸਰੀਰ ਦਾ ਮਨੋਰਥ ਦੱਸ ਦਿੱਤਾ ਜੀ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਆ, ਉਹ ਸੋਠ ਰਾਗ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨਾਂ ਦੀ, ਸ਼ਬਦਾਂ ਦੀ ਵਿਚਾਰ ਕਰੀਏ, ਲਾਹਾ ਪ੍ਰਾਪਤ ਕਰੀਏ। ਸੋਠ ਮਹੱਲਾ ਚੌਥਾ, ਪੰਜ ਪਦਾ। ਪੰਜ ਪੌੜੀਆਂ ਵਾਲਾ ਇਹ ਸ਼ਬਦ ਹੈ। ਪੰਜ ਇਸ ਦੇ ਪਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਠ ਰਾਗਣੀ ਦਾ ਇਹ ਸ਼ਬਦ ਹੈ। ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਏ। ਅਚਰ ਚਰੇ ਦਾ ਅਰਥ ਹੁੰਦਾ ਨਾ ਚਰਿਆ ਜਾਣ ਵਾਲਾ, ਜਿਹੜਾ ਉਹਨੂੰ ਚਿਰਗੇ। ਭਾਵ ਜਿਹੜਾ ਨਾ ਸਾਧਿਆ ਜਾਣ ਵਾਲਾ ਮਨ ਹੈ, ਜੇ ਕੋਈ ਇਹਨੂੰ ਸਾਧੇ, ਜਿਹੜਾ ਛੇਤੀ ਕੀਤਿਆਂ ਵਸ ਵਿੱਚ ਨਹੀਂ ਆਉਂਦਾ, ਜੇ ਗੁਰੂ ਦੇ ਸ਼ਬਦ ਦੀ ਨੱਥ ਪਾ ਕੇ ਕੋਈ ਉਸ ਨੂੰ ਵਸ ਕਰੇ ਤਾਂ ਸਿੱਧ ਹੋਈ। ਕਹਿੰਦੇ ਗੁਰਮੁਖੋ ਫਿਰ ਕਲਿਆਣ ਹੁੰਦੀ। ਇਸ ਨਾ ਸਾਧੇ ਜਾਣ ਵਾਲੇ ਮਨ ਨੂੰ ਜੇ ਕੋਈ ਸਾਧ ਲਵੇ ਤੇ ਫਿਰ ਕਲਿਆਣ ਹੋਵੇਗੀ। ਸਿੱਧੀ ਤੇ ਬੁੱਧ ਪਾਈ। ਕਹਿੰਦੇ ਫਿਰ ਇਸ ਮਨ ਦੀ ਸਿੱਧੀ ਕਰਕੇ ਸ੍ਰੇਸ਼ਟ ਬੁੱਧ ਦੀ, ਵਿਵੇਕ ਬੁੱਧ ਦੀ, ਨਿਰਮਲ ਬੁੱਧ ਦੀ ਪ੍ਰਾਪਤੀ ਹੁੰਦੀ ਹੈ। ਤਾਂ ਕਰਕੇ ਕਹਿੰਦੇ ਨੇ ਇਹਨੂੰ ਯਤਨ ਕਰ, ਜੇ ਇਹ ਤੇਰੇ ਕਾਬੂ ਵਿੱਚ ਆ ਜਾਵੇ। ਕਸੇ ਰਾ ਕੇ ਸ਼ੈਤਾਨ ਬਵਦ ਪੇਸਰਾ। ਵਿਦਵਾਨ ਕਹਿੰਦੇ ਨੇ ਇਹ ਬਹੁਤ ਸ਼ੈਤਾਨ ਹੁੰਦਾ, ਇਹਦਾ ਸੁਭਾਅ ਇਸੇ ਤਰ੍ਹਾਂ ਦਾ ਹੀ ਹੈ ਸ਼ੁਰੂ ਤੋਂ। ਕਸੇ ਰਾ ਕੇ ਸ਼ੈਤਾਨ ਬਵਦ ਪੇਸਰਾ, ਕੁਜਾਬਾਦ ਗਰਦਨ ਬਾਰਾ ਹੀ ਖੁਦਾ। ਕਹਿੰਦੇ ਕਦੀ ਵੀ ਇਹ ਤੈਨੂੰ ਰੱਬ ਦੇ ਰਾਹ ਤੇ ਨਹੀਂ ਤੁਰਨ ਦੇਵੇਗਾ ਜੇ ਤੂੰ ਇਸ ਦੀ ਮਰਜ਼ੀ ਅਨੁਸਾਰ ਚੱਲਿਆ। ਖੁਦਾ ਦੇ ਰਸਤੇ ਤੇ ਤੈਨੂੰ ਨਹੀਂ ਤੁਰਨ ਦੇਵੇਗਾ, ਕਿਉਂਕਿ ਸ਼ੈਤਾਨੀ ਕਰਨੀ, ਚੰਚਲਤਾ ਕਰਨੀ, ਜਿਵੇਂ ਪਾਣੀ ਨਵਾਉਣ ਵਾਲੇ ਪਾਸੇ ਨੂੰ ਜਾਂਦਾ, ਇਹ ਮਨ ਦਾ ਮੁੱਢ ਕਦੀਮੀ ਸੁਭਾਅ। ਜੇ ਇਸ ਨਾ ਸਾਧੇ ਜਾਣ ਵਾਲੇ ਨੂੰ ਤੂੰ ਕੁਝ ਸਾਧੇ, ਕੁਝ ਆਪਣੀ ਮਰਜ਼ੀ ਕਰਨ ਤੋਂ ਰੋਕੇ ਇਸ ਨੂੰ, ਜੇ ਤੇਰਾ ਇਸ ਉੱਤੇ ਕੁਝ ਕਾਬੂ ਪੈ ਜਾਵੇ ਤੇ ਫਿਰ ਕਲਿਆਣ ਹੈ। ਪ੍ਰੇਮ ਕੇ ਸਰ ਲਾਗੇ ਤਨ ਭੀਤਰਤਾ ਭ੍ਰਮ ਕਾਟਿਆ ਜਾਈ। ਕਹਿੰਦੇ ਅਸਲ ਵਿੱਚ ਜਦੋਂ ਪ੍ਰੇਮ ਦਾ ਤੀਰ ਲੱਗੇ ਨਾ ਆਣ ਕੇ ਜੀ ਕਿਸੇ ਦੇ ਹਿਰਦੇ 'ਚ, ਉਸੇ ਵੇਲੇ ਕਹਿੰਦੇ ਭਰਮ ਦੀ ਨਿਵਰਤੀ ਹੋ ਜਾਂਦੀ। ਜਦੋਂ ਕੋਈ ਬਚਨ ਮਹਾਰਾਜ ਜੀ ਦਾ ਤੀਰ ਦੀ ਤਰ੍ਹਾਂ ਹਿਰਦੇ ਨੂੰ ਵਿੰਨ ਦੇਵੇ, ਪ੍ਰੇਮ ਪੈਦਾ ਕਰ ਦੇਵੇ, ਉਦੋਂ ਭਰਮ ਖਤਮ ਹੋ ਜਾਵੇਗਾ। ਪ੍ਰੇਮ ਕੇ ਸਰ ਲਾਗੇ, ਸਰ ਕਹਿੰਦੇ ਨੇ ਤੀਰਾਂ ਨੂੰ। ਕਹਿੰਦੇ ਕੋਈ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਈ ਵਿੰਨ ਦੇਵੇ ਹਿਰਦੇ ਨੂੰ ਤੀਰ ਦੀ ਤਰ੍ਹਾਂ, ਤਾਂ ਭ੍ਰਮ ਕਾਟਿਆ ਜਾਈ। ਕਹਿੰਦੇ ਉਸ ਵੇਲੇ 5 ਪ੍ਰਕਾਰ ਦੇ ਭਰਮ ਦੀ ਨਿਵਰਤੀ ਹੋਵੇਗੀ। ਇਹ ਅਸਲ ਵਿੱਚ ਸਾਧ ਸੰਗਤ ਜੀ ਮਹਾਰਾਜ ਜੀ ਦਾ ਬਚਨ ਤਾਂ ਹੀ ਕਦੀ ਨਾ ਕਦੀ ਮਨ ਨੂੰ ਸਪਰਸ਼ ਕਰੇਗਾ ਜੇ ਰੋਜ਼ ਸੁਣਾਂਗੇ ਤਾਂ। ਜੇ ਸ਼ਿਕਾਰੀ ਸਵੇਰੇ ਜੰਗਲ 'ਚ ਜਾਵੇ ਨਾ ਸ਼ਿਕਾਰ ਕਰਨ ਵਾਸਤੇ ਤੇ ਸ਼ਾਮ ਨੂੰ ਮੁੜ ਆਵੇ, ਤੇ ਹੋ ਸਕਦਾ ਉਹਨੂੰ ਰੋਜ਼ ਖਾਲੀ ਆਉਣਾ ਪਵੇ, ਸ਼ਿਕਾਰ ਹੱਥ ਆਵੇ ਹੀ ਨਾ, ਬਚ ਕੇ ਨਿਕਲ ਜੇ। ਪਰ ਜੇ ਸ਼ਿਕਾਰੀ ਜੰਗਲ 'ਚ ਹੀ ਰਹਿਣ ਲੱਗ ਪਵੇ, ਉਹ ਕਿਸੇ ਦਰਖਤ ਉੱਤੇ ਹੀ ਆਪਣਾ ਮਣਾ ਬਣਾ ਲੇ, ਉਹਦੀ 24 ਘੰਟੇ ਦੀ ਰਿਹਾਇਸ਼ ਦਿਨ ਰਾਤ ਦੀ ਜੰਗਲ ਵਿੱਚ ਹੀ ਹੋ ਜੇ, ਫਿਰ ਸ਼ਿਕਾਰ ਬਹੁਤੀ ਦੇਰ ਬਚ ਨਹੀਂ ਸਕਦਾ। ਕਿਉਂਕਿ ਹੁਣ ਉਹ ਵੀ ਉੱਥੇ ਹੀ ਰਹਿੰਦਾ ਤਾਂ ਉਹ ਵੀ ਉੱਥੇ ਹੀ ਰਹਿੰਦਾ, ਫਿਰ ਤਾਂ ਕਿੰਨੀ ਦੇਰ ਭੱਜੇਗਾ, ਆਉਣਾ ਹੀ ਹੈ ਕਾਬੂ ਉਹਨੇ। ਇਸੇ ਤਰ੍ਹਾਂ ਜੇ ਰੋਜ਼ ਮਹਾਰਾਜ ਦੇ ਬਚਨ ਆਪਾਂ ਆਪਣੇ ਮਨ ਨੂੰ ਸੁਣਾਵਾਂਗੇ, ਕਿੰਨੀ ਦੇਰ ਭੱਜੇਗਾ, ਇੱਕ ਦਿਨ ਤਾਂ ਕਾਬੂ ਆ ਹੀ ਜਾਣਾ। ਕਿਉਂਕਿ ਹੁਣ ਇਹਨੂੰ ਆਪਾਂ ਰੋਜ਼ ਸੁਣਾਉਣੇ ਬਚਨ। ਹਾਂ ਕਦੀ ਸੁਣਾਤੇ ਕਦੀ ਨਾ ਸੁਣਾਤੇ ਨਿਕਲ ਜਾਏਗਾ ਪਕੜ ਚੋਂ, ਪਰ ਜੇ ਰੋਜ਼ ਇਹਦੇ ਉੱਤੇ ਬਚਨਾਂ ਦੀ ਸਾਧ ਸੰਗਤ ਜੀ ਵਰਖਾ ਹੋਵੇ, ਬਚਨ ਰੂਪੀ ਤੀਰਾਂ ਦੀ, ਕੋਈ ਨਾ ਕੋਈ ਬਚਨ ਜ਼ਰੂਰ ਫਿਰ ਹਿਰਦੇ ਨੂੰ ਵਿੰਨੇਗਾ, ਫਿਰ ਅਸਰ ਕਰੇਗਾ। ਉਸ ਵੇਲੇ ਸਾਰੇ ਭਰਮ ਦੀ ਨਿਵਰਤੀ ਹੋ ਜਾਵੇਗੀ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭਰਮ ਕਾਟਿਆ ਜਾਏ। ਕਹਿੰਦੇ ਫਿਰ ਭਰਮ ਕੱਟਿਆ ਜਾਏਗਾ, ਨਿਕਲ। ਕਿਉਂਕਿ ਅਸਲ ਜੋ ਭਰਮ ਕਰਕੇ ਹੀ ਬੰਦਾ ਸੱਤ ਨੂੰ ਅਸੱਤ ਸਮਝ ਲੈਂਦਾ, ਅਸੱਤ ਨੂੰ ਸੱਤ, ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਭਰਮ ਕਰਕੇ ਮੰਨਿਆ ਜਾਂਦਾ। ਭਰਮ ਕਰਕੇ ਲੋਕ ਕਹਿੰਦੇ ਨੇ ਸੰਸਾਰ ਹੈਗਾ, ਪ੍ਰਮਾਤਮਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਇੱਕ ਮਨ ਦੇ ਭਰਮ ਕਰਕੇ। ਜਦੋਂ ਕਿ ਮਹਾਰਾਜ ਨੇ ਹਜ਼ਾਰਾਂ ਪ੍ਰਮਾਣ ਦਿੱਤੇ ਵੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਗੁਰਮੁਖੋ ਇਹ
ਕਾਰਜ ਜਿਹੜਾ ਇਹ जिस कारज का कारण अकाल पुरख वाहिगुरु है, ये कदे भी ਉਹਦੀ ਤੋਂ बिना चल नहीं सकता। पर भरम करके जिवें भरम करके रस्सी नूं सप समझ लईदा, भरम करके रात नूं किसी दरख्त का मुੱਢ भी आउं लगदा जिवें बंदा बैठा, भरम करके हिरन नूं गर्मियां विच रेत उत्ते पानी चलदा दिखाई दिंदा, हुंदा नहीं पर ਉਹਦੇ मन का भरम है। इस भरम करके सच नूं झूठ ते झूठ नूं सच, दृश्य नूं अदृश्य ते अदृश्य नूं दृश्य मनना पैंदा मन मंनदा। वो भरम कहंदे निकल जाएगा जिस दिन तेरे हिरदे च प्रेम पैदा होया। जदों कोई गुरु दा वचन तेरे हिरदे नूं छूवेगा, स्पर्श करेगा, उस वेले प्रेम पैदा होवेगा, उदों ही भरम दी निवृत्ति हो जाएगी। मेरे गोबिंद अपने जान को देह वडियाई, कहते हे मेरे अकाल पुरख वाहिगुरु। गोबिंद का अर्थ हुंदा परमात्मा, गो पृथ्वी ते बिंद इहदी पालना करने वाला, बिंद जो इंद्रियां करके जानने योग अकाल पुरख वाहिगुरु। ਉਹਦੇ अगे अरदास है मेरे गोबिंद अपने जान को देह वडियाई, अपने सेवक नूं वडियाई दे महाराज सच्चे पातशाह, अपने सेवक नूं यह वडियाई दे। किहड़ी वडियाई? गुरमत राम नाम प्रगासो, मेरे हिरदे च अपने नाम का प्रकाश कर, ये गुरमत मेरे हिरदे च घर कर जावे। यह वडियाई अपने सेवक नूं दिओ महाराज जी, क्योंकि सब वडियाइयां हर नाम विच जे गुरमुख ते आई है। कहंदे सारियां वडियाइयां परमेश्वर दे नाम च हुंदियां गुरमुखो। जिन्हों नाम द्वारा वडियाई मिलती फिर साध संगत जी वो वडियाई कोई खो भी नहीं सकता, घटा नहीं सकता। क्यों? क्योंकि अकाल पुरख वाहिगुरु ने आप कृपा करके वो जस दा वडियाई दा छत्र अपने सेवकां दे सिर ते झुला दिता। लख यतन करके भी साध संगत जी उन्होंने कोई घटा नहीं सकता। जे भगत नामदेव जी दे, भगत रविदास साहब जी दे, बाबा कबीर जी दे, बाबा फरीद जी दे सिर ते वडियाई दा छत्र परमात्मा ने दे दिता तो ये रहिंदी दुनिया तक ही हुंदी रहनी वडियाई, कोई भी नहीं घटा सकता, कोई भी नहीं। गुरु अर्जन देव महाराज जी का आपां शब्द पढ़ते हैं, सब गोबिंद है, सब गोबिंद है, गोबिंद बिन नहीं कोई। भगत नामदेव जी के वचन ने। फिर धन गुरु अर्जन देव महाराज सच्चे पातशाह जी ने 4 भगतां का प्रमाण दिता है। गुरु साहब जी के वचन हो कहते, बोना ताना त्याग कै प्रीत चरण कबीरा, नीच कुला जुलाहरा भयो गुणी गहीरा। रविदास ढवंता ढोरती नीत तिन त्यागी माया, प्रगट होवा साधु संग हर दर्शन पाया। सैन नाई बुत कारिया होए घर घर सुनिया, हिरदे वसिया पार ब्रह्म भगतां मह गणिया। यह बिद सुन के जाट रोठ भगती लागा, मिले प्रतख गुसाइयां धना वड भागा। जिन्हां 4 भगतां का जिक्र किया पंजवें पातशाह जी ने, संसारिक तौर पर चारे गरीब ने। कोई भगत वस्त्र रंगण का काम करता, कोई खड्डी ताणी तुण का कपड़े बुणन का काम करता, कोई जुत्तियां गन्नण का काम करता, कोई लोगों के घरे खुशी गमी के स्नेह देण का काम करता। ये चारे भगत संसारिक तौर पर बहुते अमीर नहीं है, उच्ची जाति के भी नहीं है। पर महाराज जी ने विशेष करके इन्हां 4 का तां जिक्र किया, कहते देखो गुरमुखो, इन्हां परमात्मा ने इन्हां भगतां नूं इन्नी वडियाई बख्श दिते, सारी दुनिया इन्हां दे चारे वर्ण इन्हां दे चरनां ते आण के डिगे और रहिंदी दुनिया तक ये वडियाई रहेगी, कोई घटा नहीं सकता। भगत नामदेव साहब जी की, बाबा कबीर जी की, भगत रविदास जी की, भगत सैन जी की वडियाई कोई नहीं घटा सकता, क्योंकि परमात्मा ने दिती है। ते नाम करके है, किसी पैसे धेले करके नहीं। ये वडियाई परमात्मा के नाम जपण करके मिली इन्हां नूं। विशेष करके इन्हां 4 भगतां का जिक्र महाराज जी ने किया। उवें भगत तां प्रहलाद दा ध्रुव दा भी किया, पर वो राजियां दे पुत्र ने, भगत ने, पर वो राजा महाराजियां दे पुत्र ने, कोई कमी नहीं है उन्हां नूं, भगत वो भी है। पर ये 4 भगत किसी राजे महाराजे दे पुत्र नहीं है, किसी
अमीरी करके इन्हां दी जय जयकार ते बल्ले बल्ले नहीं। वो भगत ने जिन्हां नूं लोक मत्थे भी नहीं सी लाउंदे, पर जदों परमात्मा दे नाम दा आसरा लिया, पंजवें पातशाह कहंदे रब रूप ही हो गए, ये परमेश्वर स्वरूप ही हो निबड़े। फिर कोई फर्क नहीं रह गया, बल्कि इन्हां ने परमात्मा नूं प्रगट किया। प्रगट यह विध सुन के जाट रोठ भगती लागा, मिले प्रतख गुसाइयां। प्रतख का अर्थ हुंदा दिखाई देनी, प्रगट हो के। गुप्त ने प्रगट हो जाना, बचन विलास करने, भगत दे कारज सवारने, सामने बैठ के गल्लां बातां करनियां ते दिखाई देनी। मिले प्रतख गुसाइयां धन्ना वडभागा। भाई गुरदास जी ने लिखा, वो कहते ने गुसाई प्रतख होए, रोटी खाए शाहे मुँह लावे। कहते पर भगत धन्ना जी ने परमात्मा नूं प्रगट किया, उन्हें प्रशादा छकिया, लस्सी पीती। शाह लस्सी नूं कहंदे, प्रगट हो के ते लस्सी पीती। भगत नामदेव जी की बाबत महाराज के बचन ने, वो कहंदे ने सोयन कटोरी अमृत भरी ले, ना मैं हरे आगे धरी। भगत नामदेव जी ने भी प्रगट किया ते परमात्मा ने छक लिया दुध उन्हां दा। इन्नी वडियाई सिर्फ नाम करके सी, इसलिए अरदास है मेरे गोबिंद अपने जन को देह वडियाई, गुरमत राम नाम प्रगासो सदा रहो सरनाई। महाराज कृपा करके राम दे नाम दा मेरे हिरदे च प्रकाश करो, गुरमत मैनू गुरु उपदेश मेरे हिरदे विच वस जावे ते मैं सदा तुहाडी शरण विच रहां, सदा वास्ते तुहाडी शरण विच पै जावां। ऐसी कृपा करके मैनू वडियाई दिओ। रहाओ विश्राम दे के गुरु रामदास महाराज कृपा कर रहे हैं। ये संसार सब आवन जाना, कहते संसार ते आना जाना भाई, ये तो मुसाफर खाना, कोई आ गया कोई चले गया, कोई आ गया कोई चले गया। जीव आ रहे ने जा रहे हैं, ये इवें ही चल रहा सदियां तो। इसलिए इसनूं संसार, असल में संसार इहदा ना ही साध संगत जी तां जिस विच संसा ही बनिया रहिंदा, पता नहीं किहड़े वेले जीव ने तुर जाना हुंदा। ये मुसाफर खाना ही है। पर फिर भी भावें आउण जाण वाला ही है, भावें सराह ही है एक किस्म की, पर इहदे विच जिन्नी देर रहण दा सुभाग प्राप्त होवे, उन्नी देर इत्थे रहण दा लाहा लै लेना चाहिए। कहते कोई दो जने किसी सराह के सामने खड़े सन, मुसाफर खाने दे, उस दे उपर एक तख्ती लिख के लाई सी भई ये आए गए अतिथि वास्ते 3 दिन वास्ते रहायश का प्रबंध करती है। 3 दिन वास्ते कोई मुसाफर इहदे विच फ्री रह सकदा, उन्होंने फ्री च मंजा बिस्तरा मिलेगा, साबण तेल मिलेगा, प्रशादा पानी मिलेगा, चाह पानी मिलेगा 3 दिन वास्ते। पर 3 दिन बाद उन्होंने कमरा खाली करना पवेगा। हुण उन्हां दोवां जाणियां विचों एक जाने ने अपना समान चकिया, अंदर चले गया, कमरा खलवाया, आराम किया। दूसरा बाहर सामने खड़ा पढ़ी जाता, बोर्ड ते लिखिया भी 3 दिन वास्ते इत्थे सारा कुछ फ्री है, 3 दिनों बाद कमरा खाली करना पवेगा। वो बाहर ही बैठा, उन जिन मीह पैन लग पिया, वो भिजन लग पिया। किसी सियाणे पुरुष ने आन के आख्या भी गुरमुखा तू सामने मुसाफर खाने ते बैठा, भिजी जाना, अपना झोला चक के अंदर काते नहीं जाता? वो कहता जी तां नहीं जाता भी वो सामने लिखिया भी 3 दिन बाद कमरा खाली करना पैना, तो जे 3 दिन बाद खाली करना पैना फिर मैं जावां क्यों? फिर 3 दिन भी इदां ही कट लेने, जे 3 दिनों बाद उन्हें कमरा लै ही लेना। वो कहता पर यह भी तो नाल लिखिया ना भी 3 दिनों वास्ते रोटी पानी मंजा बिस्तरा चाह प्रशादा साबण तेल सब कुछ फ्री है, तो तू 3 दिनों का तो लाहा चक। वो कहता नहीं जी जे छड्डना ही है 3 दिनों बाद फिर मैं जाना ही नहीं। वो गुरमुख विद्वान कहते वो बंदा सियाणा नहीं जिहड़ा बाहर बैठा भिजी जाता पर 3 दिन वास्ते सारा कुछ फ्री सी, वह लाहा नहीं लेंदा। जिहड़ा अंदर गया सी जो 3 दिन हो गए, उन्होंने मैनेजर ने आख्या भी गुरमुखा चाबी दे दे,
कमरा छड्ड दे। वो कहंदा जे छड्डना फिर लैना काहतों सी, मैं तो नहीं छड्डना। वो कहंदे छड्डना तो पैना, इदां ना छड्डेगा असीं पुलिस बुलावांगे, तैनूं धक्के मारनगे, क्योंकि निजम है, 3 दिनां तो वध बंदा रह नहीं सकदा। उन्हें पुलिस बुलाई, उन्हें समान चुक के बाहर मारिया, बाहों फड़ के धक्के मार के बाहर कढ़िया। हुण गुरमुख उन्होंने भी समझाउंदा, कहंदा वो जिहड़ा बाहर बैठा रहा ना 3 दिन, वो भी नहीं सी सियाणा, 3 दिनां वास्ते लाभ लैना चाहिदा सी। आ जिहड़ा हुण अड़ी करदा भी मैं 3 दिनां बाद इथों निकलना नहीं, ये भी मूर्ख है, कढ़ देना अगलियां ने। इत्थे डेरा जमा के नहीं बह सकदा, 3 दिनां वास्ते ही है। वो कहंदे समझ लो कि संसार 3 दिनां वास्ते मुसाफरखाना ही है। जिहड़ा इत्थे आण के अड़ी कर बैंदा भी मैं जाना ही नहीं, वो भी मूर्ख च ही आवेगा गिणती ओहदी। जाना तो पैना ही, अगले लै जाणगे बदोबदी। ते जिहड़ा कहंदा भी इत्थे इहदे च मैं आण के करना कि हुण जंगल च ही सारी उम्र बतीत कर देनी, एवें ही फस गया आपां तां इत्थे, जे छड्डना ही सी ते फिर आपां ग्रहण काहनूं करना। कहंदे वो भी सियाणा नहीं हैगा, जिन्ने समय लई आपां आए आ ओहदा लाभ लओ, क्योंकि ये धर्मशाला धर्म कमाउण वास्ते जिन्ना समा मिलदा उन्ना चिर धर्म की कमाई करके अपने जन्म नूं सफला कर सकीदा। सो गुरु रामदास महाराज जी ने कृपा की, इस संसार सब आवण जाना, मन मूर्ख चेत अजाना। कहंदे मूर्खा मना रब नूं चेते कर, इह संसार आउण जाण वाली जगह है, इत्थे कोई सदा वास्ते डेरा जमा के नहीं बैठ सकता। इत्थे आया प्राणी जावेगा भी जरूर, इसलिए जिन्ना हो सकता उस अकाल पुरख वाहिगुरु नूं चेते कर। यह संसार सब आवन जाना, मन मूर्ख चेत अजाना। कहंदे अज्ञानियां मूर्खा चेते कर ला परमात्मा नूं, सदा लई नहीं तू आया इत्थे, ये आउण जाण वाली जगह है, ये मुसाफरखाना। कोई कहंदे ने रब्बी बंदा, कोई महात्मा किसी राजे की ड्योढ़ी ते खड़ा होया, जाके उहदे दरवाजे ते पहरेदार नूं जाके कहंदा भी ये किहदी सरां? वो कहंदा बाबा जी सरां नहीं, महल है राजे दा, सरां इदां दी हुंदी? कहंदा मैं पुछया भी ये मुसाफरखाना किस दा? वो कहंदा मैं तुहानूं दस्सिया संतो भी ये मुसाफरखाना नहीं है, ये राजे दा महल है। वो कहंदा नहीं महल महल कोई नहीं, मुसाफरखाना दसो बनाया किने, किस दा मुसाफरखाना है, मैं भी रात रहना। वो लड़ाई पै गई तो किसी ने दस्सिया अंदर जाके उन्होंने राजे नूं भी वो बाहर कोई साधु अड़ी करी बैठा, इदां लड़दे पे। हुण महात्मा जान के वो आप बाहर आया, उन्हें आण के आख्या जी हाँ जी दसो। कहंदा जी मैं तो सिर्फ इन्नी गल पुछदा भी ये मुसाफरखाना किने बनाया, पर तुहाडा दरबान लड़ी जांदा। वो कहंदा जी ये ठीक ही कहंदा, ये मुसाफरखाना नहीं, ये मेरा महल है, मुसाफरखाना तो नहीं हैगा ये। वो कहंदा अच्छा अच्छा तेरा महल है, तू कहना मेरा? कहंदा जी हाँ। कहंदा ये तेरे तो पहला इत्थे कौन सी? कहंदा मेरा पिता। ਉਹਦੇ तो पहला कौन सी? कहंदा मेरा बाबा। तेरे तो बाद इत्थे किन्ने होना? कहंदा जी मेरा पुत्र। ਉਹਦੇ तो बाद? कहंदा ਉਹਦਾ पुत्र। ते ਉਹ ਕਹਿੰਦੇ ਫਿਰ ਮੁਸਾਫਰਖਾਨਾ नहीं तो होर की है? तेरा किदां ਇਹ? तेरे तो पहला कोई होर सी, ਉਹਦੇ तो पहला कोई होर सी, ਉਹਦੇ तो पहला कोई होर सी, तेरे तो बादा भी किसी होर ने होना। ये इसे नूं ही सरां कहंदे जिथे लोग आउंदे ने ते चले जांदे ने, पक्का टेक के कोई नहीं बहिंदा। जिथे पक्का टिकाणा करके कोई नहीं बह सकता, उसे नूं ही मुसाफरखाना आखीदा कि मुसाफर आवेगा, थोड़ी देर आराम करेगा, फिर जावेगा। यह संसार सब आवन जाना, मन मूर्ख चेत अजाना। कहंदे मना मूर्खा, ये संसार ते मुसाफरखाना ही आउणा जाना इत्थे लगा रहिंदा, तू परमात्मा नूं चेते कर। जिन्ना समा तैनूं मिलिया उस अकाल पुरख वाहिगुरू नूं चेते कर। हर जीओ कृपा करो गुर मिल लो। ठीक है, फिर परमात्मा जी कृपा करके मैनूं गुरु मिला दिओ। जे ये पता है भी इत्थे सदा दा टिकाणा नहीं है, एक दिन चले जाना, ये संसार आउण जाण वाली जगह है, ते कृपा करके मेरा मिलाप सतगुरु नाल कराओ। हर जीओ कृपा करो गुर मिल लो, तां हर नाम समाना। तां साडे हिरदे च नाम समावेगा, जे साडा मिलाप परमात्मा जी तुसीं पूरे गुरु नाल कराओगे।
ਕਿਰਪਾ ਕਰਕੇ ਗੁਰੂ ਸਾਹਿਬ ਨਾਲ ਸਾਡਾ ਮਿਲਾਪ ਕਰਾਓ। ਗੁਰੂ ਸਾਹਿਬ ਦੀ ਮਿਹਰ ਦੇ ਨਾਲ ਫਿਰ ਇਹ ਅਸੀਂ ਨਾਮ 'ਚ ਸਮਾਵਾਂਗੇ, ਨਾਮ ਸਾਡੇ ਹਿਰਦੇ 'ਚ ਸਮਾਵੇਗਾ। ਕਿਉਂਕਿ ਬਿਨਾਂ ਗੁਰੂ ਤੋਂ ਭਾਵੇਂ ਸੰਸਾਰ ਪ੍ਰਮਾਤਮਾ ਨੇ ਬਣਾਇਆ, ਸਾਰੀ ਉਸੇ ਦੀ ਖੇਡ ਹੈ, ਪਰ ਇਹ ਵੀ ਨਿਯਮ ਉਹਨੇ ਬਣਾਇਆ ਪਰ ਇਸ ਸੰਸਾਰ ਤੋਂ ਜੀਵਾਂ ਦੇ ਭਲੇ ਵਾਸਤੇ ਸਤਿਗੁਰੂ ਦੇ ਚਰਨਾਂ ਦੀ ਓਟ ਲੈਣੀ ਪਵੇਗੀ। ਫਿਰ ਉਹ ਆਪ ਹੀ ਸਰਗੁਣ ਸਰੂਪ 'ਚ ਸਤਿਗੁਰੂ ਰੂਪ ਹੋ ਕੇ ਆਇਆ। ਇਹ ਦੱਸ ਦਿੱਤਾ ਵੀ ਅਗਰ ਜੀਵਨ ਦੀ ਬਾਜੀ ਜਿੱਤਣੀ ਤੇ ਗੁਰਮੁਖੋ ਫਿਰ ਇਹ ਇਸ ਖੇਡ ਵਿੱਚੋਂ ਅਗਰ ਜਿੱਤ ਕੇ ਨਿਕਲਣਾ ਤਾਂ ਰਸਤਾ ਇਹੀ ਹੈ ਬਸ। ਹਰ ਜੀਉ ਕਿਰਪਾ ਕਰੋ ਗੁਰ ਮਿਲੋ ਤਾ ਹਰ ਨਾਮ ਸਮਾਣਾ, ਜਿਸ ਕੀ ਬਾਤ ਸੋਈ ਪ੍ਰਭ ਜਾਣੈ, ਜਿਸ ਨੂੰ ਦੇ ਸੋ ਪਾਏ। ਕਹਿੰਦੇ ਆਤਮ ਵਸਤੂ ਜਿਸ ਦੀ ਹੈਗੀ ਗੁਰਮੁਖੋ ਉਹ ਪ੍ਰਮਾਤਮਾ ਹੀ ਅਸਲ ਵਿੱਚ ਇਹਦੇ ਬਾਰੇ ਸਾਰਾ ਕੁਝ ਜਾਣਦਾ ਵੀ ਉਹਨੇ ਕਿਵੇਂ ਇਸ ਸਰੀਰ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ। ਫਿਰ ਆਪਾਂ ਨੂੰ ਤੇ ਇਹ ਵੀ ਨਹੀਂ ਪਤਾ ਲੱਗਦਾ ਵੀ ਸਰੀਰ 'ਚ ਜੋਤ ਹੈਗੀ ਕਿੱਥੇ। ਕੋਈ ਮਤ ਕਹਿੰਦਾ ਜੀ ਸੱਜੇ ਨੇਤਰ 'ਚ ਹੋ ਜਾਂਦੀ, ਕੋਈ ਕਹਿੰਦਾ ਕਿਤੇ, ਕੋਈ ਕਿਤੇ ਚੇਤਨਤਾ ਮੰਨੀ ਬੈਠਾ, ਕੋਈ ਕਿਤੇ। ਅਸਲ ਵਿੱਚ ਪ੍ਰਮਾਤਮਾ ਦੀ ਜੋਤ ਸਾਰੇ ਸਰੀਰ 'ਚ ਹੀ ਹੈ, ਪਰ ਕਿਵੇਂ ਉਹਨੇ ਇਹਨੂੰ ਇਹਦੇ 'ਚ ਟਿਕਾਇਆ ਇਹ ਕਹਿੰਦੇ ਸਿਰਫ ਉਹੀ ਜਾਣਦਾ। ਪੰਜਾਂ ਤੱਤਾਂ ਦੇ ਤਨ ਦੀ ਰਚਨਾ ਕਰਕੇ, ਹਾਲਾਂਕਿ ਤੱਤ ਸਾਰੇ ਇੱਕ ਦੂਜੇ ਦੇ ਵਿਰੋਧੀ ਆ, ਨਾ ਅੱਗ ਪਾਣੀ ਦਾ ਕੋਈ ਮੇਲ ਹੈ, ਨਾ ਅੱਗ ਦਾ ਹਵਾ ਦਾ ਕੋਈ ਮੇਲ ਹੈ। ਜਿਸ ਕੀ ਵੱਥ ਸੋਈ ਪ੍ਰਭ ਜਾਣੈ, ਕਹਿੰਦੇ ਜਿਸ ਨੇ ਆਤਮ ਵਸਤੂ ਪਾਈ ਹੈ ਗੁਰਮੁਖੋ ਦੀ ਬਾਬਤ ਸਿਰਫ ਉਹੀ ਜਾਣਦਾ। ਜਿਸ ਨੂੰ ਦੇ ਸੋ ਪਾਏ, ਬਸ ਜਿਹਨੂੰ ਇਹ ਦਾਤ ਦੇ ਦਿੰਦਾ ਨਾ ਵੀ ਇਹ ਜਿਹੜੀ ਗੁਪਤ ਰੱਖੀ ਹੋਈ ਉਹਨੇ ਆਪਣੀ ਕੀਮਤੀ ਵਸਤੂ ਇਹ ਪ੍ਰਗਟ ਕਰ ਦੇਵੇ, ਉਹ ਜਾਣਦਾ ਅਸਲ ਵਿੱਚ ਵੀ ਇਹਦਾ ਆਨੰਦ ਕੀ, ਕਿੰਨੀ ਕਲਾ ਇਸ ਦੀ। ਵਸਤ ਅਨੂਪ ਅਤ ਅਗਮ ਅਗੋਚਰ, ਕਹਿੰਦੇ ਉਪਮਾ ਤੋਂ ਰਹਿਤ ਹੈ ਵਸਤੂ ਜਿਹੜੀ ਪ੍ਰਮਾਤਮਾ ਨੇ ਸਰੀਰ 'ਚ ਰੱਖੀ ਹੈ। ਕਿਸੇ ਵੀ ਪਦਾਰਥ ਨਾਲ ਇਹਦੀ ਉਪਮਾ ਨਹੀਂ ਦਿੱਤੀ ਜਾ ਸਕਦੀ। ਵਸਤ ਅਨੂਪ ਅਤ ਅਗਮ ਅਗੋਚਰ, ਕਹਿੰਦੇ ਮਨ ਦੀ ਪਕੜ ਤੋਂ ਪਰੇ ਤੇ ਅੱਖਾਂ ਨਾਲ ਵੀ ਇਹਨੂੰ ਆਪਾਂ ਅਗੋਚਰ ਦੱਸਦਾ ਜਿਹਨੂੰ ਅੱਖ ਦੇਖ ਨਾ ਸਕੇ। ਜਿਹੜਾ ਅੱਖਾਂ ਗੋਚਰਾ ਨਾ ਪਦਾਰਥ ਹੋਵੇ ਉਹਨੂੰ ਕਹਿੰਦੇ ਅਗੋਚਰ। ਕਹਿੰਦੇ ਇਸ ਆਤਮ ਵਸਤੂ ਨੂੰ ਆਪਣੀ ਆਤਮਾ ਨੂੰ ਹੀ ਤੁਸੀਂ ਸਮਝ ਲਓ, ਨਾ ਅੱਖ ਦੇਖ ਸਕਦੀ ਹੈ ਨਾ ਮਨ ਕਰਕੇ ਸਾਡੀ ਉਹਦੇ ਤੱਕ ਪਹੁੰਚ ਹੈ। ਫਿਰ ਉਹ ਉਪਮਾ ਤੋਂ ਰਹਿਤ ਹੈ। ਹੈਰਾਨੀ ਦੀ ਗੱਲ ਹੈ ਵੀ ਸਾਰੇ ਸਰੀਰ ਨੂੰ ਚਲਾਏਮਾਨ ਕੀਤਾ ਹੋਇਆ ਆਤਮਾ ਨੇ, ਔਰ ਆਤਮਾ ਪ੍ਰਮਾਤਮਾ ਦੀ ਅੰਸ਼ ਹੈ। ਇਸ ਲਈ ਕਹਿੰਦੇ ਵੀ ਇਹ ਇੰਨੀ ਕੀਮਤੀ ਆਤਮ ਵਸਤੂ ਤੂੰ ਰੱਖੀ ਹੈ, ਇਹਦੇ ਬਾਰੇ ਤੂੰ ਹੀ ਜਾਣਦਾ ਕਿਵੇਂ ਟਿਕਾਈ ਹੈ, ਤੇ ਫਿਰ ਇਹ ਨਿਕਲ ਕੇ ਚਲੇ ਕਿੱਥੇ ਜਾਂਦੀ ਔਰ ਕਿਵੇਂ ਕਿਵੇਂ ਸਰੀਰ ਤੋਂ ਵੱਖ ਹੁੰਦੀ। ਇਹ ਸਾਰੀ ਮਰਿਆਦਾ ਨੂੰ ਕਹਿੰਦੇ ਸਿਰਫ ਪ੍ਰਮਾਤਮਾ ਹੀ ਜਾਣਦਾ। ਜਿਨ੍ਹਾਂ ਲੋਕਾਂ ਨੇ ਯਤਨ ਕੀਤਾ ਸੀ, ਹੁਣ ਪੰਜਵੇਂ ਪਾਤਸ਼ਾਹ ਜੀ ਦਾ ਇੱਕ ਸਲੋਕ ਹੈ ਸਹਿਸਕ੍ਰਿਤੀ ਦਾ, ਮਹਾਰਾਜ ਦੇ ਬਚਨੋਂ ਕਹਿੰਦੇ ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ, ਬਿਖਮ ਥਾਨ ਬਸੰਤ ਉੱਚ ਹੈ। ਕਹਿੰਦੇ ਉਹ ਰਾਜਾ ਪ੍ਰੀਸ਼ਤ ਸੀ, ਉਹਨੂੰ ਪਹਿਲਾਂ ਦੱਸ ਦਿੱਤਾ ਸੀ ਵੀ ਹਫ਼ਤੇ ਬਾਅਦ ਤੇਰੀ ਮੌਤ ਹੈ। ਤੇ ਪੰਜਵੇਂ ਪਾਤਸ਼ਾਹ ਜੀ ਨੇ ਲਿਖਿਆ, ਕਹਿੰਦੇ ਉਹ ਹੁਣ ਬਲ ਵਾਲਾ ਸੀ, ਰਾਜਾ ਸੀ, ਉਹਨੇ ਪੂਰਾ ਯਤਨ ਕੀਤਾ ਮੈਂ ਬਚ ਜਾਵਾਂ। ਕੀ ਕੀਤਾ? ਬਿਖਮ ਥਾਨ ਬਸੰਤ ਉੱਚ ਹੈ, ਸੇਵੰਤ ਸੂਰਾ ਚਤੁਰ ਦਿਸ ਹੈ। ਮਹਾਰਾਜ ਕਹਿੰਦੇ ਨੇ ਉੱਚੇ ਥਾਂ ਤੇ ਉਹਨੇ ਆਪਣਾ ਸ਼ੀਸ਼ੇ ਦਾ ਮਕਾਨ ਬਣਾਇਆ ਵੀ ਜਿਸ ਵਿੱਚੋਂ ਅੰਦਰੋਂ ਸਭ ਬਾਹਰ ਦਿਖਾਈ ਦੇਵੇ ਕੌਣ ਆ ਰਿਹਾ। ਤੇ ਫਿਰ ਉਹ ਥਾਨ ਇੰਨਾ ਬਿਖਮ ਸੀ ਹਰ ਬੰਦਾ ਉੱਥੇ ਚੜ੍ਹ ਨਹੀਂ ਸੀ ਸਕਦਾ। ਬਿਖਮ ਥਾਨ ਬਸੰਤ ਉੱਚੈ ਸੇਵੰਤ ਸੂਰਾ ਚਤੁਰ ਦਿਸਾ। ਤੇ ਫਿਰ 4 ਚਫੇਰੇ ਉਸ ਪਹਾੜੀ ਦੇ ਉਹਨੇ ਆਪਣੇ ਸੂਰਮੇ ਖੜੇ ਕੀਤੇ ਆ, ਕੋਈ ਵੀ ਸਿੱਧਾ ਉੱਪਰ ਆ ਨਹੀਂ ਸਕਦਾ। ਪਰ ਮਾਰੇ ਕਹਿੰਦੇ ਹੋਵੰਤ ਆ ਗਿਆ ਗੋਪਾਲ ਪੁਰਖਿਆ ਨਾਨਕ ਕੀਟੀ ਸਾਸ ਅਕਰਖ ਤੇ। ਕਹਿੰਦੇ ਜਿੰਨਾ ਮਰਜ਼ੀ ਕੋਈ ਯਤਨ ਕਰ ਲੇ, ਜਦੋਂ ਪ੍ਰਮਾਤਮਾ ਦਾ ਹੁਕਮ ਹੋਇਆ ਕੀੜੀ ਨੇ ਵੀ ਸਾਹ ਖਿੱਚ ਲੈਣੀ। ਇਹ ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਕਹਿੰਦੇ ਉਹਨੇ ਪੂਰਾ ਯਤਨ ਕੀਤਾ ਸੀ, ਜਦੋਂ ਪਤਾ ਹੀ ਲੱਗ ਗਿਆ ਪਹਿਲਾਂ ਵੀ ਤੇਰੀ ਮੌਤ ਹੈ, ਉਹਨੇ ਬਚਣ ਦਾ ਪੂਰਾ ਯਤਨ ਕੀਤਾ। ਉੱਚੇ ਥਾਂ ਤੇ ਮਕਾਨ ਬਣਾ ਲਿਆ, ਸ਼ੀਸ਼ੇ ਦਾ ਬਣਾਇਆ, ਫਿਰ ਜਿਸ ਤੋਂ ਦਿਸੇ ਸਾਰਾ ਕੁਝ ਵੀ ਕੌਣ ਆ ਰਿਹਾ ਬਾਹਰੋਂ। 4 ਚਫੇਰੇ ਸੂਰਮੇ ਖੜੇ ਕੀਤੇ। ਇੱਕ ਹੋਰ ਉਹਨੇ ਨਾਲ ਕੀਤਾ ਵੀ ਚਲੋ ਜਿੰਨੇ ਦਿਨ ਉਹ ਦਿਨ ਮੈਂ ਪੂਰੇ ਕਰਨੇ, ਉਹਨੇ ਦਿਨ ਉਹਨੇ ਕਥਾ ਸੁਣਨੀ ਸ਼ੁਰੂ ਕਰਤੀ। ਤੇ ਕਥਾ ਦੀ ਸਮਾਪਤੀ ਤੇ ਇੱਕ ਫੁੱਲਾਂ ਦਾ ਗੁਲਦਸਤਾ ਆਉਂਦਾ ਉਹਦੇ ਵਾਸਤੇ, ਹੋਰ ਕੋਈ ਉੱਪਰ ਨਹੀਂ ਆ ਸਕਦਾ।
सिर्फ कथा वाले विद्वान ने आना ते एक वो फुल्लां दा गुलदस्ता उहदे लई आना, बाकी उन्हें पूरा प्रबंध किया। बहुत यत्न करता बलवंतकारी, पर जदों समा पूरा होया वो कहंदे ने फुल फड़ के आऊं करके सुंघण लगा ते फुल विचों कीड़ी ने उन्होंने डंग किया ते पंजवें पातशाह कहंदे मर गया। वो वंत आ गया। गोपाल पुरख नानक कीटी सास अकरख ते कहंदे कीड़ी भी साह खिंच सकती है, बहाना बन सकता जदों ओदी आग्या होगी, बच नहीं सकता कोई जिन्ना मर्जी यत्न करे। वस्त अनूप अत अगम अगोचर, कहते कैसी कीमती वस्तु ने शरीर च पाई है, किवें इहदे करके शरीर चेतन है, कदों निकल जाती किवें निकलती सिर्फ परमात्मा ही जानता, बाकी किसी आम बंदे की समझ तो बाहर है सारी खेड। वस्त अनूप अगम अगोचर गुर पूरा अलख लखाए, कहते पूरे गुरु ने इस ना समझी जान वाली खेड नूं समझा दिता भई ये गुरु साहब तो बिना कौन दसदा भी शरीर में कोई आत्मा नाम की चीज़ है जिहड़ी आनंद स्वरूप है, जिहड़ी सब तो कीमती है, जिसकी कोई उपमा नहीं दी जा सकती। ये गल किहने दसनी सी? कौन दस सकता भी शरीर च एक मन भी हैगा? अज तक किसी डॉक्टर नूं मन लभा ही नहीं। उन्होंने किडनियां लभदियां, ब्रेन लभदा, हार्ट लभदा, लीवर लभदा, सारे अंग उन्हें लभ लए, फुल है, किसी नूं अज तक ये नहीं पता मन कित्थे है। पर मारे कहते सोए सुनंदड़ी मेरा तन मन मौला। इस करके कहते ये गल्लां गुरु साहब ने जनाइयां, किसी के वस दियां नहीं सी। कोई दुनियावी विद्वान, कोई वैद हकीम इन्हां बारे नहीं सी दस सकता। ये कुंडी गुरु साहब ने खोली भी शरीर में कोई मन भी है, मन विचारां दे प्रवाह नूं कहंदे, ये सीधा हो जाए तो फिर सारी खेड ही सीधी हो जाती। इसे महाराज ने आख्या मन जीते जग जीत। गुर पूरा अलख लिखाए, कहते ना समझे जान वाले नूं गुरु साहब जी ने समझा दिता भी असल विच की है, तेरे शरीर नूं क्यों अमोलक आख्या, क्यों वडभागी कहंदे, क्यों 84 दा सरदार कहंदे, की इहदे च खास गल है? शरीर तां पशुआं कोले भी हैगा, वो भी तो 5 तत्तां दा ही है, तेरे च की खास गल है? ये कहते गुरु साहब ने जनाया गुरमुखो, जेने चाखी सोई जाने गूंगे की मठियाई। कहते ये तो आत्म वस्तु का आनंद ऐसा है, ये गूंगे की मठियाई वाला हिसाब है, जिन्हें खाधी उन्होंने ही पता है, जिन्हें चखी सिर्फ वही दस सकता। जिवें गूंगा मठियाई खा के दस नहीं सकता भई इहदा रस किन्ना सी, इवें कहते ने इस आत्म वस्तु नाल जुड़ी हुई तार दा, इहदे आनंद का शब्दां नाल कथन करना, बयान करना औखा, बोल के नहीं दसिया जा सकता किन्ना आनंद सी। जिन्हें चाखी सोई जाने, कहते जिन्हें चखिया ना रस सिर्फ वही जानता। गूंगे की मठियाई कैसा प्रमाण मारा? कहते गूंगे की मठियाई वाला हिसाब है गुरमुखो, खा भी लवे गूंगा दस नहीं सकता, हाँ आनंद मान सकता, उन्होंने ही पता भी ਇਹਦਾ रस ਨੂੰ आया किन्ना, बोल के नहीं दस सकता। रतन लुकाया लुकै नाही, जे को रखे लुकाई। कहते ये रतन जदों प्रगट हुंदा ना गुरमुखो, लख यतन करन तो बाद भी ये लुकाया लुकना नहीं। क्यों? क्योंकि अकाल पुरख वाहिगुरू का एक नियम है, क्योंकि सारी सृष्टि प्रकृति किसी नियम के अधीन काम करती पई। उस नियम चो एक नियम यह है भई ये यत्न करन तो बाद भी इस बख्शिश नूं बंदा लुका नहीं सकता। ये कृपा जदों हुंदी है फिर इहनूं गुप्त रखना औखा, क्योंकि भगत नूं भगत रूप विच प्रगट परमात्मा ने करना उहदा नियम है। हर का भगत प्रगट नहीं छुप नहीं सकता, क्योंकि जो भगत भी छुपना चाहता है, पर कहते जो भी छुपदा फिर अगे तो कोई भगत होवे ही ना दुनिया ते। भगत तां ही असल विच हर युग च आई जाते, हर युग युग भगतों पाया, हर एक युग च उन्हें भगत पैदा करने ने और उन्होंने प्रगट करना। क्यों? क्योंकि भगती चलती रखने वास्ते।
ਜੇ ਉਹ ਉਸ ਬਖਸ਼ਿਸ਼ ਨੂੰ ਵੀ ਕੋਈ ਆਪਣੇ ਸੀਨੇ 'ਚ ਦੱਬ ਕੇ ਲੈ ਜਾਵੇ, ਕਿਸੇ ਭਗਤ ਦੀ ਜੈ ਜੈਕਾਰ ਹੀ ਨਾ ਹੋਵੇ, ਤੇ ਫਿਰ ਕੌਣ ਭਗਤੀ ਕਰੇ? ਕੋਈ ਵੀ ਨਾ ਕਰੇਗਾ। ਆਖਰ ਕੋਈ ਹੁਣ ਆਪਾਂ ਕਿੰਨੇ ਪ੍ਰਮਾਣ ਹੈ। ਭਾਈ ਗੁਰਦਾਸ ਜੀ ਕਹਿੰਦੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਦਾ। ਕਹਿੰਦੇ ਕਬੀਰ ਸਾਹਿਬ ਦੀ ਸੋਭਾ ਸੁਣ ਕੇ ਭਗਤ ਸੈਣ ਜੀ ਭਗਤੀ ਕਰਨ ਲੱਗੇ। ਤਾਂ ਮਨ 'ਚ ਚਾਅ ਪੈਦਾ ਹੋਇਆ ਵੀ ਅੱਛਾ ਇੱਕ ਗਰੀਬ ਖਾਉਣ ਵਾਲਾ ਮੇਰੇ ਵਰਗਾ ਭਗਤ, ਇੰਨੀ ਵਡਿਆਈ ਵੀ ਪਰਮਾਤਮਾ ਹੀ ਪ੍ਰਗਟ ਹੋਇਆ। ਉਹਨੇ ਮਨ 'ਚ ਚਾਅ ਪੈਦਾ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਭਗਤ ਸੈਣ ਜੀ ਨੇ ਭਗਤੀ ਸ਼ੁਰੂ ਕਰਤੀ। ਪੰਜਵੇਂ ਪਾਤਸ਼ਾਹ ਨੇ ਆਖਿਆ ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲੱਗਾ। ਕਹਿੰਦੇ ਨੇ ਇਹ ਗੱਲ ਸੁਣ ਕੇ ਜੱਟ ਭਗਤੀ ਕਰਨ ਲੱਗਾ ਸੀ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਕਹਿੰਦੇ ਵੱਡੇ ਭਾਗਾਂ ਵਾਲਾ ਧੰਨਾ ਤਾਂ ਪ੍ਰਮਾਤਮਾ ਨੂੰ ਪ੍ਰਤੱਖ ਕਰ ਸਕਿਆ ਕਿਉਂਕਿ ਉਹਨੇ ਪਹਿਲੇ ਭਗਤਾਂ ਦੀ ਵਡਿਆਈ ਸੁਣੀ। ਤੇ ਜੇ ਕੋਈ ਪਹਿਲੇ ਭਗਤ ਨੂੰ ਪ੍ਰਮਾਤਮਾ ਨੇ ਪ੍ਰਗਟ ਹੀ ਨਾ ਕੀਤਾ ਹੁੰਦਾ, ਕਿੱਥੋਂ ਸੁਣਦਾ? ਕੌਣ ਸੁਣਾਉਂਦਾ? ਕਿਵੇਂ ਮਨ 'ਚ ਚਾਅ ਪੈਦਾ ਹੁੰਦਾ? ਕਿਉਂਕਿ ਕੁਝ ਭਗਤਾਂ ਦੀ ਵਡਿਆਈ ਪਹਿਲਿਆਂ ਦੀ ਸੁਣੀ ਤੇ ਭਗਤ ਧੰਨੇ ਦੇ ਮਨ 'ਚ ਵੀ ਚਾਅ ਪੈਦਾ ਹੋਇਆ। ਇਹ ਬਿਦ ਸੁਣ ਕੇ ਕਹਿੰਦੇ ਸੁਣੀ ਸੀ ਤਾਂ ਜਾਟ ਰੋਠ ਭਗਤੀ ਲੱਗਾ। ਤਾਂ ਕਹਿੰਦੇ ਇਹ ਜੱਟ ਭਗਤੀ 'ਚ ਲੱਗ ਗਿਆ ਸੀ। ਇਹ ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਸੁਣ ਕੇ ਪਹਿਲਿਆਂ ਦੀ ਵਡਿਆਈ। ਜੇ ਵਡਿਆਈ ਪ੍ਰਮਾਤਮਾ ਆਪਣੇ ਭਗਤਾਂ ਦੀ ਪ੍ਰਗਟ ਨਾ ਕਰੇ, ਫਿਰ ਭਗਤੀ ਨੂੰ ਚੱਲਦਾ ਰੱਖਣਾ ਔਖੀ ਗੱਲ ਹੈ। ਇਹ ਉਹਦਾ ਸੁਭਾਅ ਵੀ ਉਹਨੇ ਜਦੋਂ ਕਿਸੇ ਤੇ ਕਿਰਪਾ ਕੀਤੀ, ਉਸ ਹੋਈ ਕਿਰਪਾ ਨੂੰ ਫਿਰ ਪ੍ਰਗਟ ਵੀ ਕਰਨਾ, ਭਾਵੇਂ ਉਹ ਲੁਕਾਉਣ ਦਾ ਯਤਨ ਵੀ ਕਰੇ। ਪਰ ਪ੍ਰਮਾਤਮਾ ਦਾ ਨਿਯਮ ਹੈ। ਜਿਵੇਂ ਪ੍ਰਮਾਤਮਾ ਦਾ ਨਿਯਮ ਹੈ ਜੀਵ ਦਾ ਆਉਣਾ ਤੇ ਜਾਣਾ ਕੋਈ ਰੋਕ ਨਹੀਂ ਸਕਦਾ, ਇਸੇ ਤਰ੍ਹਾਂ ਉਸ ਨਿਯਮ ਨੂੰ ਵੀ ਕੋਈ ਰੋਕ ਨਹੀਂ ਸਕਦਾ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖੈ ਲੁਕਾਈ। ਚੌਥੇ ਪਾਤਸ਼ਾਹ ਕਹਿੰਦੇ ਇਹ ਰਤਨ ਐਸਾ ਕੀਮਤੀ ਹੈ ਗੁਰਮੁਖੋ, ਜੇ ਲੁਕਾ ਕੇ ਵੀ ਕੋਈ ਰੱਖਣ ਦਾ ਯਤਨ ਕਰੇ ਇਹਨੇ ਲੁਕਿਆ ਨਹੀਂ ਰਹਿਣਾ, ਇਹ ਪ੍ਰਗਟ ਹੋਵੇਗਾ। ਸਭ ਕੁਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਕਹਿੰਦੇ ਇਹ ਅੰਤਰਜਾਮੀ ਪ੍ਰਮਾਤਮਾ ਸਭ ਕੁਛ ਤੇਰਾ ਹੀ ਹੈ, ਸਭ ਕੁਛ। ਜਿਵੇਂ 10ਵੇਂ ਪਾਤਸ਼ਾਹ ਜੀ ਕਹਿੰਦੇ ਨਾ ਵੀ ਇਹ ਤਾਨ ਮਾਨ, ਇੱਥੋਂ ਤੱਕ ਵੀ ਮੇਰਾ ਸਿਰ ਵੀ ਇਹ ਸਾਰਾ ਇਸ ਖਾਲਸੇ ਦੀ ਦੇਣ। ਸਭ ਕੁਛ ਤੇਰਾ ਤੂੰ ਅੰਤਰਜਾਮੀ, ਤੂੰ ਅੰਤਰਜਾਮੀ ਆ, ਸਭ ਦੇ ਦਿਲ ਦੀ ਜਾਣਦਾ। ਤੂੰ ਸਭਨਾ ਕਾ ਪ੍ਰਭ ਸੋਈ। ਕਹਿੰਦੇ ਫਿਰ ਤੂੰ ਸਾਰਿਆਂ ਦਾ ਮਾਲਕ ਹੈ, ਸਭ ਕੁਝ ਤੇਰਾ ਹੀ ਦਿੱਤਾ ਹੋਇਆ। ਬਸ ਇਹ ਵੀ ਇੱਕ ਸ਼ੁਕਰ ਦੀ ਅਰਦਾਸ ਹੈ ਵੀ ਬੰਦਾ ਇਹ ਆਖੇ ਵੀ ਸਭ ਕੁਝ ਪ੍ਰਮਾਤਮਾ ਦਾ ਦਿੱਤਾ ਭਾਈ। ਨਹੀਂ ਤੇ ਬਹੁਤ ਵਾਰ ਬੰਦੇ ਨੂੰ ਭੁਲੇਖਾ ਹੁੰਦਾ ਮੈਂ ਆਪਣੀ ਚਤਰਾਈ ਤੇ ਸਿਆਣਪ ਨਾਲ ਹਾਸਲ ਕੀਤਾ ਸਾਰਾ ਕੁਝ, ਮੇਰੀ ਚਤਰਾਈ ਕਰਕੇ ਸਾਰਾ ਕੁਝ ਬਣ ਗਿਆ। ਪਰ ਗੁਰਮੁਖ ਕਹਿੰਦਾ ਨਹੀਂ, ਇਹ ਸਭ ਕੁਝ ਪ੍ਰਮਾਤਮਾ ਦਾ ਦਿੱਤਾ ਹੋਇਆ ਭਾਈ। ਸਭ ਕੁਝ ਉਸੇ ਤਾਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਏ। ਦੇ ਅਰਥ ਹੀ ਇਹ ਨੇ ਵੀ ਆਪਣਾ ਤਾਨ ਮਨ ਧਨ ਸਭ ਗੁਰੂ ਦਾ ਦਿੱਤਾ ਜਾਣਨਾ। ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਦਿੱਤਾ। ਸਰੀਰ ਵੀ ਮੇਰੀ ਸਿਆਣਪ ਨਾਲ ਨਹੀਂ ਆਇਆ ਦੁਨੀਆ ਤੇ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਤੇਰੀ ਕਿਰਪਾ ਹੋਈ ਤਾਂ ਮੈਨੂੰ ਮਨੁੱਖਾ ਸਰੀਰ ਮਿਲ ਗਿਆ। ਇਹ 'ਚ ਮੇਰੀ ਕੋਈ ਸਿਆਣਪ ਨਹੀਂ ਸੀ। ਜੇ ਮੇਰੀ ਸਿਆਣਪ ਨਾਲ ਮੈਂ ਦੁਨੀਆ ਤੇ ਆਉਂਦਾ ਤੇ ਘਰ ਵੀ ਆਪਣੀ ਮਰਜ਼ੀ ਦਾ ਚੁਣਦਾ, ਕਿਸ ਘਰ 'ਚ ਮੈਂ ਜਨਮ ਲਵਾਂ। ਮਾਤਾ ਪਿਤਾ ਵੀ ਆਪਣੀ ਮਰਜ਼ੀ ਦੇ ਚੁਣਦਾ, ਆਪਣੀ ਮਰਜ਼ੀ ਦਾ ਖਾਨਦਾਨ ਲੱਭਦਾ, ਪਰ ਆਪਣੀ ਮਰਜ਼ੀ ਤੇ ਹੈਗੀ ਨਹੀਂ ਸੀ। ਇਹ ਤਾਂ ਸਭ ਪ੍ਰਮਾਤਮਾ ਦੇ ਹੱਥ 'ਚ ਹੈ। ਇਸ ਵੇਲੇ ਕਹਿੰਦੇ ਤਾਨ ਮਾਨ ਧਨ ਸਭ ਸੌਪ ਗੁਰ ਕੋ। ਸੌਪ ਗੁਰ ਕੋ ਦਾ ਅਰਥ ਇਹ ਹੁੰਦਾ ਵੀ ਇਹ ਸਮਝ ਤੂੰ ਕਿ ਸਭ ਕੁਝ ਗੁਰੂ ਦਾ ਹੈ। ਜਿਹਨੇ ਇਹ ਮੰਨਿਆ ਵੀ ਜੋ ਕੁਝ ਮੇਰੇ ਕੋਲ ਹੈ ਸਭ ਕੁਝ ਗੁਰੂ ਸਾਹਿਬ ਨੇ ਦਿੱਤਾ, ਉਹ ਗੁਰੂ ਨੂੰ ਸੌਂਪਿਆ ਹੀ ਹੈ। ਪਰ ਜੇ ਉਵੇਂ ਸੁਭਾਅ ਹੁੰਦਾ ਬੰਦਾ ਕਬਜ਼ਾ ਆਪਣਾ ਹੀ ਰੱਖਦਾ, ਭੁਲੇਖਾ ਹੁੰਦਾ ਵੀ ਇਹ ਸਾਰਾ ਕੁਝ ਮੇਰੀ ਸਿਆਣਪ ਕਰਕੇ ਬਣਿਆ ਭਾਈ। ਪਰ ਮਹਾਰਾਜ ਕਹਿੰਦੇ ਸਭ ਕੁਛ ਤੇਰਾ ਤੂੰ ਅੰਤਰਜਾਮੀ, ਤੂੰ ਪ੍ਰਭਨਾ ਸਭਨਾ ਕਾ ਪ੍ਰਭ ਸੋ। ਇਹ ਸਭ ਕੁਝ ਤੇਰਾ ਹੀ ਹੈ, ਫਿਰ ਤੂੰ ਅੰਤਰਜਾਮੀ, ਸਭ ਦੇ ਦਿਲ ਦੀ ਜਾਣਦਾ, ਫਿਰ ਤੂੰ ਮਾਲਕ ਹੈ ਸਾਰੇ ਜੀਵਾਂ ਦਾ। ਜਿਸਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨ ਕੋਈ। ਕਹਿੰਦੇ ਹੋਰ ਕੋਈ ਵੀ ਨਹੀਂ ਹੈ ਐਸਾ
ਜਿਹੜਾ ਬਦੋ ਬਦੀ ਤੇਰੇ ਤੋਂ ਕੁਝ ਪ੍ਰਾਪਤ ਕਰ ਸਕਦਾ ਹੋਵੇ, ਤੂੰ ਜਿਸ ਦੀ ਝੋਲੀ 'ਚ ਦਾਤ ਪਾਵੇਂਗਾ ਉਸੇ ਨੂੰ ਮਿਲੇਗੀ। ਤੂੰ ਜਿਸ ਉੱਤੇ ਕਿਰਪਾ ਕਰੇ। ਦਾਤ ਹੈ, ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਕਹਿੰਦੇ ਇਹ ਦਾਤ ਉਸ ਪ੍ਰਮਾਤਮਾ ਨੇ ਆਪਣੇ ਹੱਥ 'ਚ ਰੱਖੀ। ਇੱਥੇ ਹੁਣ ਚੌਥੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਸਾਧ ਸੰਗਤ ਜੀ ਸੰਪੂਰਨਤਾ ਹੋਈ ਹੈ। ਸੋਠ ਰਾਗ ਵਿੱਚ ਹੁਣ ਅੱਗਿਓਂ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਪ੍ਰਾਰੰਭ ਹੋਣਗੇ। ਸੋਠ ਮਹੱਲਾ ਪੰਜਵਾ, ਘਰ ਪਹਿਲਾ ਤੇ ਤੁਕੇ। ਸੁਰਤਾਲ ਦੇ ਪਹਿਲੇ ਗਾਰ 'ਚ 3 ਪੌੜੀਆਂ ਵਾਲਾ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਆਇਆ ਸੋਠ ਰਾਗ ਦਾ। ਇਹ ਕਿਉਂਕਿ ਇਹ ਮਰਿਆਦਾ ਹੀ ਮਹਾਰਾਜ ਨੇ ਰੱਖੀ ਹੈ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਆਉਂਦੇ, ਫਿਰ ਤੀਸਰੇ ਪਾਤਸ਼ਾਹ ਜੀ ਦੇ, ਫਿਰ ਚੌਥੇ ਪਾਤਸ਼ਾਹ ਜੀ ਦੇ, ਫਿਰ ਪੰਜਵੇਂ ਪਾਤਸ਼ਾਹ ਜੀ ਦੇ, ਫਿਰ 9ਵੇਂ ਪਾਤਸ਼ਾਹ ਜੀ ਦੇ। ਇੱਕ ਤਰਤੀਬ ਹੈ ਮਹਾਰਾਜ ਨੇ ਰੱਖੀ ਹਰੇਕ ਰਾਗ ਵਿੱਚ। ਸੋਠ ਰਾਗ ਵਿੱਚ ਆਪਾਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਵਿਚਾਰੇ ਸਨ, ਫਿਰ ਤੀਸਰੇ ਪਾਤਸ਼ਾਹ ਜੀ ਦੇ, ਫਿਰ ਚੌਥੇ ਪਾਤਸ਼ਾਹ ਜੀ ਦੇ। ਹੁਣ ਅੱਜ ਚੌਥੇ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਇੱਥੇ ਸੰਪੂਰਨਤਾ ਹੋਈ। ਇਹਦੋਂ ਬਾਅਦ ਮੁੜ ਕੇ ਫਿਰ ਅਸ਼ਟਪਦੀਆਂ ਆਉਣਗੀਆਂ, ਉਹਨਾਂ ਦੀ ਤਰਤੀਬ ਫਿਰ ਇਦਾਂ ਹੀ ਹੋਵੇਗੀ। ਪਰ ਸ਼ਬਦ ਚੌਥੇ ਪਾਤਸ਼ਾਹ ਜੀ ਦੇ ਸੰਪੂਰਨ ਹੋ ਗਏ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ ਸੋਠ ਮਹੱਲਾ ਪੰਜਵਾ, ਘਰ ਪਹਿਲਾ ਤੇ ਤੁਕੇ, ਏਕ ਓੰਕਾਰ ਸਤਿਗੁਰ ਪ੍ਰਸਾਦ। ਕਹਿੰਦੇ ਉਹ ਅਦਵੈਤ ਸਰੂਪ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਗੁਰੂ ਦੀ ਕਿਰਪਾ ਨਾਲ ਮਿਲਦਾ, ਜਿਸ ਦਾ ਸਰੂਪ ਸਤ ਚੇਤਨ ਤੇ ਆਨੰਦ ਹੈ, ਜੋ ਤਿੰਨਾਂ ਸਮਿਆਂ 'ਚ ਕਦੇ ਨਾ ਬਣਦਾ ਨਾ ਟੱਟਦਾ, ਜਿਹਨੂੰ ਤਰਾਈ ਕਾਲ ਆਬਾਦ ਸਰੂਪ ਕਹਿੰਦੇ। ਕੋਈ ਸਮਾਂ ਉਸ ਨੂੰ ਨਸ਼ਟ ਨਹੀਂ ਕਰ ਸਕਦਾ। ਇੱਦਾਂ ਨਹੀਂ ਆਪਾਂ ਕਹਿ ਸਕਦੇ ਪਹਿਲਾਂ ਰੱਬ ਹੁੰਦਾ ਸੀ ਅੱਜ ਕੱਲ੍ਹ ਨਹੀਂ ਹੈਗਾ, ਜਾਂ ਹੋਰ ਆਉਣ ਵਾਲੇ 1500 ਸਾਲ ਨੂੰ ਹੋਵੇਗਾ। ਇੱਦਾਂ ਨਹੀਂ, ਸਦਾ ਰਹਿਣ ਵਾਲਾ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਫਿਰ ਅੱਗੇ ਸ਼ਬਦ ਮਹਾਰਾਜ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ, ਕਿਸ ਹੋ ਜਾਚੀ ਕੇ ਸਾਰਾਧੀ ਜਾਂ ਸਭ ਕੋ ਕੀਤਾ ਹੋਸੀ। ਕਹਿੰਦੇ ਅਸੀਂ ਕਿਸ ਕੋਲੋਂ ਮੰਗੀਏ ਭਾਈ, ਕਿਸ ਦੇ ਅੱਗੇ ਆਪਣੀ ਬੇਨਤੀ ਕਰੀਏ? ਕਿਉਂਕਿ ਸਾਰੇ ਤੇ ਉਹਦੇ ਪੈਦਾ ਕੀਤੇ ਨੇ। ਉਸ ਦੇ ਪੈਦਾ ਕੀਤੇ ਕੋਲੋਂ ਕਿਉਂ ਮੰਗੀਏ? ਸਿੱਧਾ ਉਹਦੇ ਕੋਲੋਂ ਕਿਉਂ ਨਾ ਮੰਗੀਏ ਭਾਈ, ਜਿਸ ਨੇ ਸਭ ਕੁਝ ਪੈਦਾ ਕੀਤਾ ਉਹਦੇ ਕੋਲ ਕਿਉਂ? ਚੌਥੇ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਧਨਾਸਰੀ ਰਾਗ 'ਚ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿੰਨ, ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਚੌਥੇ ਪਾਤਸ਼ਾਹ ਕਹਿੰਦੇ ਗੁਰਮੁਖੋ ਇੱਛਾ ਤੇ ਸਾਰੀਆਂ ਅਕਾਲ ਪੁਰਖ ਹੀ ਪੂਰੀਆਂ ਕਰ ਸਕਦਾ। ਲੋਕ ਕਹਿੰਦੇ ਨੇ ਕਾਮ ਧਿਆਨ ਗਊ ਮਨੋ ਕਾਮਨਾ ਪੂਰੀਆਂ ਕਰਦੀ, ਪਰ ਚੌਥੇ ਪਾਤਸ਼ਾਹ ਕਹਿੰਦੇ ਕਾਮ ਧਿਆਨ ਗਊ ਵੀ ਉਸ ਪ੍ਰਮਾਤਮਾ ਦੇ ਵੱਸ 'ਚ ਹੀ ਹੈ। ਉਹ ਕੋਈ ਬਾਹਰ ਤਾਂ ਨਹੀਂ, ਉਹ ਕੋਈ ਪ੍ਰਮਾਤਮਾ ਤੋਂ ਵੱਖਰੀ ਤਾਕਤ ਨਹੀਂ ਨਾ ਰੱਖਦੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਆਨਾ। ਕਹਿੰਦੇ ਕਾਮ ਧਿਆਨ ਵੀ ਉਸ ਪ੍ਰਮਾਤਮਾ ਦੇ ਵੱਸ ਹੀ ਹੈ, ਸਭ ਕੁਝ ਉਸੇ ਨੇ ਪੈਦਾ ਕੀਤਾ। ਤੇ ਫਿਰ ਕਾਮ ਧਿਆਨ ਕੋਲੋਂ ਮੰਗਣ ਨਾਲੋਂ ਚੰਗਾ ਜਿਸ ਦੇ ਵੱਸ ਵਿੱਚ ਕਾਮ ਧਿਆਨ ਹੈ, ਸਿੱਧਾ ਉੱਥੋਂ ਹੀ ਮੰਗੋ। ਜਿਹਨੇ ਸਾਰਾ ਕੁਝ ਬਣਾਇਆ। ਫਿਰ ਸੁਖਮਨੀ ਸਾਹਿਬ 'ਚ ਮਹਾਰਾਜ ਕਹਿੰਦੇ ਕਾਮ ਧਿਆਨ ਹਰ ਹਰ ਗੁਣ ਗਾਮ। ਕਾਮ ਧਿਆਨ ਮਤਲਬ ਹਰੀ ਦੇ ਗੁਣ ਹੀ ਤੁਸੀਂ ਗਾਓਗੇ ਤੇ ਸਮਝ ਲਓ ਤੁਹਾਡੇ ਵਾਸਤੇ ਕਾਮ ਧਿਆਨ ਹੀ। ਪ੍ਰਮਾਤਮਾ ਦੇ ਗੁਣ ਗਾ ਕੇ ਜੋ ਮੰਗੋ ਮਿਲੇਗਾ। ਕਹਿੰਦੇ ਪ੍ਰਮਾਤਮਾ ਦੇ ਗੁਣ ਹੀ ਕਾਮ ਧਿਆਨ ਬਣ ਜਾਣਗੇ। ਇਸ ਲਈ ਪੰਜਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਮੰਗੀਏ ਕਿਹਦੇ ਕੋਲੋਂ, ਜਦੋਂ ਉਹਦੇ ਪੈਦਾ ਕੀਤੇ ਨੇ ਸਾਰੇ, ਫਿਰ ਸਿੱਧਾ ਉਹਦੇ ਕੋਲ ਕਿਉਂ ਨਾ ਮੰਗੀਏ? ਉਹਦੇ ਪੈਦਾ ਕੀਤੇ ਕੋਲੋਂ ਕਿਉਂ ਮੰਗੀਏ? ਸਦਾ ਪ੍ਰਮਾਤਮਾ ਕੋਈ ਮੰਗਣਾ ਚਾਹੀਦਾ। ਫਿਰ ਜਿਵੇਂ 10ਵੇਂ ਪਾਤਸ਼ਾਹ ਨੇ ਆਖਿਆ ਬਿਨ ਕਰਤਾਰ ਨਾ ਕਿਰਤਮ ਮਾਨੋ। ਉਹ ਕਹਿੰਦੇ ਕਰਤਾਰ ਤੋਂ ਬਿਨਾਂ ਉਹਦੀ ਕਿਰਤ ਨਹੀਂ ਮੰਨਣੀ, ਕਰਤਾਰ ਮੰਨਣਾ, ਕਰਤਾਰ ਤੋਂ ਬਿਨਾਂ ਕਿਸੇ ਨੂੰ ਨਹੀਂ। ਬਾਕੀ ਸਭ ਉਹਦੀ ਕਿਰਤ ਹੈ। ਕੋਈ ਸੂਰਜ ਨੂੰ ਪੂਜੀ ਜਾਂਦਾ, ਕੋਈ ਚੰਦਰਮਾ ਨੂੰ, ਕੋਈ ਅੱਗ ਨੂੰ, ਕੋਈ ਹਵਾ ਨੂੰ, ਕੋਈ ਕਿਸੇ ਨੂੰ। ਕਹਿੰਦੇ ਇਹ ਤੇ ਸਾਰੀ ਕਿਰਤ ਹੈ ਉਸ ਕਰਤਾਰ ਦੀ। ਤੇ ਕਰਤਾਰ ਤੋਂ ਬਿਨਾਂ ਉਹਦੀ ਕਿਰਤ ਨੂੰ ਕਿਉਂ ਮੰਨੀਏ? ਹੁਕਮ ਕਰਤਾ ਮਹਾਰਾਜ ਨੇ ਬਿਨ ਕਰਤਾਰ ਨਾ ਕਿਰਤਮ ਮਾਨੋ। ਆਦ ਅਜੂਨ ਅਜਾਇਆ ਬਨਾਸੀ ਤੇ ਪਰਮੇਸ਼ਰ ਜਾਨੋ। ਕਹਿੰਦੇ ਅਸਲ 'ਚ ਉਹ ਪਰਮੇਸ਼ਰ ਹੈ ਜਿਹੜਾ ਜੰਮਦਾ ਮਰਦਾ ਨਹੀਂ, ਬਾਕੀ ਸਭ ਉਹਦੀ ਬਣਾਈ ਹੋਈ ਕਿਰਤ ਹੈ। ਇਸ ਲਈ ਕਹਿੰਦੇ ਕਿਸ ਕੋਲੋਂ ਮੰਗੀਏ ਭਾਈ? ਸਿੱਧਾ ਪ੍ਰਮਾਤਮਾ ਤੋਂ ਹੀ ਮੰਗੋ। ਜਿਵੇਂ ਉਸ ਦਿਨ ਵੀ ਮੈਂ ਬੇਨਤੀ ਕੀਤੀ ਸੀ, ਮਹਾਰਾਜਾ ਰਣਜੀਤ ਸਿੰਘ ਗੁਰੂ ਹਰਮੰਦਰ ਸਾਹਿਬ ਦੇ ਗੁਰੂ ਘਰ ਦੇ ਰਾਗੀ ਸਿੰਘਾਂ ਨੂੰ ਮਿਲਣ ਆਇਆ ਤੇ ਉਹਨੇ ਆਖਿਆ ਮੈਂ ਤੁਹਾਨੂੰ
ਮਿੱਟੀ ਦੇ ਭਾਂਡਿਆਂ 'ਚ ਖਾਂਡਿਆਂ ਦੇਖ ਕੇ ਮੈਨੂੰ ਬੜਾ ਹੋਰ ਤਰ੍ਹਾਂ ਹੋਇਆ। ਤੁਸੀਂ ਮਹਾਰਾਜ ਦੇ ਘਰ ਦੇ ਰਾਗੀ ਸਿੰਘ ਜੇ, ਤੇ ਮੈਂ ਤੁਹਾਡੇ ਲਈ ਚਾਂਦੀ ਦੇ ਭਾਂਡੇ ਸੋਨੇ ਦੇ ਭੇਜ ਦਿੰਦਾ, ਉਹਨਾਂ 'ਚ ਖਾਇਆ ਕਰੋ। ਉਹਨਾਂ ਆਖਿਆ ਤੇਰਾ ਧੰਨਵਾਦ ਹੈ, ਪਰ ਜੇ ਸਾਨੂੰ ਜ਼ਰੂਰਤ ਪਈ ਤੇ ਸਿੱਧੇ ਗੁਰੂ ਰਾਮਦਾਸ ਸਾਹਿਬ ਜੀ ਤੋਂ ਹੀ ਮੰਗ ਲਾਂਗੇ, ਤੇਰੇ ਤੋਂ ਕਿਉਂ ਲਈਏ। ਅਸੀਂ ਪ੍ਰਸੰਨ ਹਾਂ, ਜੇ ਸਾਨੂੰ ਇਉਂ ਲੱਗੇਗਾ ਵੀ ਸਾਨੂੰ ਵੀ ਚਾਂਦੀ ਦੇ ਬਰਤਨਾਂ 'ਚ ਖਾਣਾ ਚਾਹੀਦਾ ਤਾਂ ਸਿੱਧੇ ਮਹਾਰਾਜ ਤੋਂ ਮੰਗ ਲਾਂਗੇ। ਹੈਰਾਨ ਹੀ ਰਹਿ ਗਿਆ ਸੀ। ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀ ਦਸਤਾਰਬੰਦੀ ਹੋਈ, ਉਦੋਂ ਅਕਾਲੀਆਂ ਦੀ ਤੇ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ, ਜਿਵੇਂ ਭਾਜਪਾ ਦੀ ਤੇ ਅਕਾਲੀਆਂ ਦੀ ਰਹੀ ਪਿੱਛੇ। ਉਦੋਂ ਮੁੱਖ ਮੰਤਰੀ ਨੇ ਆਖਿਆ ਸੀ ਵੀ ਇਹਨਾਂ ਦੇ ਇਹ ਨੌਜਵਾਨ ਨੇ, ਇਹ ਟਕਸਾਲ ਦੇ ਮੁਖੀ ਬਣੇ, ਸਾਨੂੰ ਬੜੀ ਖੁਸ਼ੀ ਹੋਈ। ਅਸੀਂ ਚਾਹਾਂਗੇ ਵੀ ਜੋ ਇਹਨਾਂ ਨੂੰ ਚਾਹੀਦਾ ਹੈ ਸਾਨੂੰ ਦੱਸਣ, ਜੇ ਕੋਈ ਮੰਗ ਰੱਖਣ ਅਸੀਂ ਪੂਰੀ ਕਰਾਂਗੇ, ਸਾਨੂੰ ਖੁਸ਼ੀ ਹੋਵੇਗੀ। ਤੇ ਸੰਤਾਂ ਨੇ ਫਿਰ ਸਾਰਿਆਂ ਦਾ ਧੰਨਵਾਦ ਕਰਕੇ ਜਿੰਨੀਆਂ ਜਥੇਬੰਦੀਆਂ ਆਈਆਂ ਸੀ ਤੇ ਆਖਿਆ ਵੀ ਮੁੱਖ ਮੰਤਰੀ ਨੇ ਆਖਿਆ ਵੀ ਟਕਸਾਲ ਦਾ ਮੁਖੀ ਆ, ਕੁਝ ਮੰਗੇ ਅਸੀਂ ਦੇਵਾਂਗੇ। ਉਹ ਕਹਿੰਦੇ ਨੇ ਮੁੱਖ ਮੰਤਰੀ ਨੂੰ, ਸਰਕਾਰ ਨੂੰ ਕੁਝ ਚਾਹੀਦਾ ਹੋਵੇ ਟਕਸਾਲ ਤੋਂ, ਜਿਹੜਾ ਟਕਸਾਲ ਕਰ ਸਕਦੀ ਹੋਵੇ, ਉਹ ਸਾਨੂੰ ਦੱਸੇ, ਅਸੀਂ ਕਰਾਂਗੇ। ਸਾਨੂੰ ਕੁਝ ਲੋੜ ਹੋਈ ਮੰਗਣ ਦੀ ਤੇ ਸਿੱਧਾ ਕਲਗੀਧਰ ਪਾਤਸ਼ਾਹ ਤੋਂ ਮੰਗਾਂਗੇ, ਸਰਕਾਰ ਤੋਂ ਨਹੀਂ ਮੰਗਦੇ। ਅਸੀਂ ਕੁਝ ਮੰਗਣਾ ਹੋਇਆ ਤੇ ਸਿੱਧਾ ਮਹਾਰਾਜ ਤੋਂ ਮੰਗਾਂਗੇ। ਇਹ ਭਰੋਸੇ ਦੀ ਸਾਰੀ ਗੱਲ ਹੁੰਦੀ। ਪੰਜਵੇਂ ਪਾਤਸ਼ਾਹ ਕਹਿੰਦੇ ਉਸ ਤੋਂ ਕਿਉਂ ਮੰਗੀਏ ਜਿਹੜਾ ਉਹਦਾ ਪੈਦਾ ਕੀਤਾ, ਜਿਹਨੇ ਪੈਦਾ ਕੀਤਾ ਸਿੱਧਾ ਉਹਦੇ ਤੋਂ ਕਿਉਂ ਨਾ ਮੰਗੀਏ। ਕਿਸ ਹੋ ਜਾਚੀ ਕੇ ਸਾਰਾਤੀ ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦਿਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਕਹਿੰਦੇ ਜਿਹੜਾ ਵੱਡਾ ਵੱਡਾ ਸਮਝ ਕੇ ਮੰਗਣਾ ਨਾ, ਵੀ ਇਹ ਵੱਡਾ ਜੀ, ਅਮੀਰ ਹੈ ਜੀ, ਇਹ ਰਾਜਾ ਮਹਾਰਾਜਾ ਜੀ, ਇਹ ਕੁਝ ਦੇ ਦੇਗਾ ਜੀ, ਲੀਡਰ ਹੈ ਜੀ ਵੱਡਾ। ਪੰਜਵੇਂ ਪਾਤਸ਼ਾਹ ਕਹਿੰਦੇ ਜਿਹੜਾ ਵੱਡਾ ਉਹਨੇ ਕੀ ਖਾਕ ਨਹੀਂ ਬਣਨਾ। ਵੱਡੇ ਤੋਂ ਵੱਡੇ ਨੇ ਘੱਟੇ 'ਚ ਹੀ ਰੁਲ ਜਾਣਾ ਇੱਕ ਦਿਨ। ਭਾਈ ਗੁਰਦਾਸ ਜੀ ਨੇ ਆਖਿਆ ਮਨਮੁਖ ਹੋਏ ਬੰਦੇ ਦਾ ਬੰਦਾ, ਸਤਿਗੁਰ ਪੂਰਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਕਹਿੰਦੇ ਮਨਮੁਖ ਦੀ ਨਿਸ਼ਾਨੀ ਹੈ ਉਹ ਬੰਦੇ ਦੀ ਤਾਂ ਕਰੇਗਾ ਸਿਫਤ, ਮਹਾਰਾਜ ਦੀ ਨਾ ਕਰੇਗਾ। ਮਨਮੁਖ ਬੰਦੇ ਦੀ ਬੰਦਗੀ ਕਰਦਾ, ਪਰਮਾਤਮਾ ਦੀ ਬੰਦਗੀ ਨਹੀਂ ਕਰਦਾ। ਉਹਦੇ ਖਿਆਲ 'ਚ ਹੁੰਦਾ ਸ਼ਾਇਦ ਇਹ ਮੇਰੀਆਂ ਲੋੜਾਂ ਪੂਰੀਆਂ ਕਰ ਦੇਗਾ ਸਾਰੀਆਂ। ਹਜੂਰ ਦੇ ਵਿੱਚ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਕਹਿੰਦੇ ਵੱਡੇ ਤੋਂ ਵੱਡਾ ਵੀ ਤੁਸੀਂ ਦੇਖ ਲਓ, ਖਾਕ 'ਚ ਉਹਨੇ ਵੀ ਰਲ ਹੀ ਜਾਣਾ। ਤੇ ਫਿਰ ਖਾਕ 'ਚ ਰਲ ਜਾਣ ਵਾਲੇ ਕੋਲੋਂ ਕਿਉਂ ਮੰਗੀਏ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਾਬਰ ਨੇ ਆਪ ਆਖਿਆ, ਜਦੋਂ ਮਹਾਰਾਜ ਦੀ ਚੱਕੀ ਆਪੇ ਚੱਲੀ ਤੇ ਭੱਜਾ ਆਇਆ, ਫਿਰ ਕਹਿੰਦਾ ਮਹਾਰਾਜ ਜੀ ਮੇਰੇ ਕੋਲ ਗਲਤੀ ਹੋ ਗਈ, ਤੁਸੀਂ ਨਿਕਲੋ ਬਾਹਰ ਆ ਜਾਓ, ਤੁਸੀਂ ਤਾਂ ਰੱਬੀ ਬੰਦੇ ਜੇ। ਮਹਾਰਾਜ ਨੇ ਆਖਿਆ ਨਹੀਂ ਅਸੀਂ ਇਕੱਲੇ ਕਮਾਈਆ, ਸਾਰੇ ਛੱਡ ਜਿੰਨੇ ਫਕੀਰ ਫੜੇ ਤੂੰ। ਮਹਾਰਾਜ ਨੇ ਸਾਰੇ ਛਡਾਤੇ। ਤੇ ਫਿਰ ਕਹਿੰਦਾ ਜੀ ਮੈਂ ਕੀ ਸੇਵਾ ਕਰ ਸਕਦਾ, ਮੇਰੇ ਤੋਂ ਕੁਝ ਮੰਗ ਲਓ। ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਵੀ ਮੰਗਤਿਆਂ ਥੀ ਮੰਗਣਾ ਲਾਂਤੀਆਂ ਦਾ ਕੰਮ। ਕਹਿੰਦੇ ਤੂੰ ਤੇਰੇ ਕੋਲ ਕਿਉਂ ਮੰਗੇ, ਤੂੰ ਤੇ ਆਪ ਮੰਗਤਾ। ਉਹ ਕਹਿੰਦਾ ਨਹੀਂ ਮਹਾਰਾਜ ਏਦਾਂ ਨਾ ਆਖੋ, ਤੁਹਾਨੂੰ ਪਤਾ ਮੈਂ ਬਾਦਸ਼ਾਹ। ਮਹਾਰਾਜ ਨੇ ਆਖਿਆ ਨਹੀਂ ਤੂੰ ਕੋਈ ਬਾਦਸ਼ਾਹ ਨਹੀਂ, ਤੂੰ ਆਪ ਮੰਗਤਾ, ਤੂੰ ਕੋਈ ਬਾਦਸ਼ਾਹ ਨਹੀਂ। ਜਿਹਨੇ ਤੈਨੂੰ ਦਿੱਤਾ, ਜਦੋਂ ਸਾਨੂੰ ਲੋੜ ਹੋਈ ਅਸੀਂ ਉਹ ਤੋਂ ਹੀ ਲੈ ਲਾਂਗੇ ਸਿੱਧਾ। ਮਹਾਰਾਜ ਨੇ ਆਖਿਆ ਤੋਜ ਤੇ ਮੰਗੇ ਸੋ ਅਹਿਮਕ ਫਕੀਰ। ਗੁਰੂ ਸਾਹਿਬ ਨੇ ਆਖਿਆ ਮੂਰਖ ਫਕੀਰ ਹੋ ਜਿਹੜਾ ਤੇਰੇ ਤੋਂ ਮੰਗੇ। ਉਹ ਕਾਹਦਾ ਰੱਬ ਦਾ ਫਕੀਰ ਹੈ ਜਿਹੜਾ ਤੇਰੇ ਤੋਂ ਮੰਗਦਾ, ਸਿੱਧਾ ਰੱਬ ਤੋਂ ਕਿਉਂ ਨਹੀਂ ਮੰਗਦਾ ਉਹ। ਜੋ ਜੋ ਦਿਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਮਹਾਰਾਜ ਨੇ ਆਖਿਆ ਵੱਡੇ ਤੋਂ ਵੱਡਾ ਵੀ ਦੇਖ ਲਓ ਤੁਸੀਂ, ਜਿਹੜਾ ਬਹੁਤ ਵੱਡਾ ਦਿਸਦਾ ਖਾਕ 'ਚ ਹੀ ਰਲ ਜਾਏਗਾ। ਇਸ ਕਰਕੇ ਮੰਗਣਾ ਪਰਮਾਤਮਾ ਤੋਂ ਹੀ ਹੈ। ਇਹ ਹੁਕਮਨਾਮਾ ਉਦਣ ਆਇਆ ਸੀ ਸਾਧ ਸੰਗਤ ਜੀ, ਜਿਸ ਦਿਨ 84 ਦੇ ਅਟੈਕ ਤੋਂ ਬਾਅਦ ਪਹਿਲੀ ਵਾਰ ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ। ਕਿਉਂਕਿ ਕੁਝ ਦਿਨ ਪ੍ਰਕਾਸ਼ ਹੋ ਨਹੀਂ ਸਕਿਆ ਸੀ, ਮਰਿਆਦਾ ਰੁਕੀ ਰਹੀ, ਫੌਜ ਦੇ ਕੰਟਰੋਲ 'ਚ ਰਿਹਾ ਸਾਰਾ ਕੁਝ। ਜਦੋਂ ਉਹਨਾਂ ਨੇ ਫਿਰ ਇਹ ਪ੍ਰਕਾਸ਼ ਕਰਨ ਦੇ ਵਾਸਤੇ ਆਖਿਆ ਸੀ ਤੇ ਪ੍ਰਕਾਸ਼ ਕਰਕੇ ਪਹਿਲੀ ਵਾਰ ਜਦੋਂ ਹੁਕਮਨਾਮਾ ਲਿਆ, ਇਹ ਆਇਆ ਸੀ ਉਸ ਦਿਨ। ਕਿਸ ਹੋ ਜਾਚੀ ਕੇ ਸਾਰਾ ਦੀਜਾ ਸਭ ਕੋ ਕੀਤਾ ਹੋਸੀ, ਜੋ ਜੋ ਦਿਸੇ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ। ਤੇ 4 ਮਹੀਨੇ ਵੀ ਨਹੀਂ ਲੰਘੇ, ਜਿਹੜੇ ਆਪਣੇ ਆਪ ਨੂੰ ਬਹੁਤ ਵੱਡਾ ਮੰਨ ਕੇ ਅਟੈਕ ਕਰੀ ਬੈਠੇ ਸੀ, ਮਿੱਟੀ 'ਚ ਹੀ ਮਿਲਾਤੇ ਅਗਲਿਆਂ ਨੇ। ਨਿਰਭਉ ਨਿਰੰਕਾਰ ਪਾਵ ਖੰਡਨ ਸਭ ਸੁਖ ਨਾਮ ਨਿਧ ਦੇਸੀ। ਕਹਿੰਦੇ ਉਹ ਨਿਰਭਉ ਨਿਰੰਕਾਰ ਜਿਹੜਾ ਨਾ ਅਕਾਲ ਪੁਰਖ ਵਾਹਿਗੁਰੂ, ਜਿਹੜਾ ਸਾਰੇ ਡਰ ਖਤਮ ਕਰ ਦਿੰਦਾ,
सब सुख नवनिध देसी, कहते सारे सुख ते नवनिधियां ओह देण लई समर्थ है। इसलिए किसी नूं वड्डा समझ के उहदे तो मंगना जायज नहीं हुंदा। महाराज कहते रब तो ही मंगो सीधा गुरमुखो, जिन्हें वड्डे वड्डे भी पैदा किए। हर जियो तेरी दाती राजा, कहते है महाराज तेरी दात दित्तिया मैं रजना, और किसी तो कुछ लैके मैं रज नहीं सकता। मानस बपड़ा क्या सवाला ही, कहते मनुख बेचारे की क्यों सिफत करिए, क्या तिसका मुहताजा, कहते की मुहताजगी सानू भी असीं बंदे दे गुण गाइए, गुण गावांगे परमात्मा दे अकाल पुरख वाहिगुरू दे, की मुहताजगी है बंदा बंदे दियां सिफतां करे। रहाओ बसराम दे के कृपा करदे, जिन हर ध्याया सब किश तिसका, कहते जिन्हें हरि नूं ध्याया गुरमुखो सब कुछ ही परमात्मा नूं दे दिंदा। तिसकी भूख गवाई, कहते उहदी ते भुख ही दूर कर दिंदा परमात्मा। सारियां भुखां ही उसदियां लथ जाणगियां जिन्हें अकाल पुरख वाहिगुरू नूं ध्याया। ऐसा धन दिया सुखदात है नखुट न कब ही जाई, कहते ऐसा धन दे दिता उस अकाल पुरख वाहिगुरू ने जिस विच कदे तोट ही नहीं आउंदी, कोई घाटा ही नहीं पैंदा। फिर आनंद भया सुख सहज समाणे, कहते हुण तां ऐसा आनंद बनिया सुखां च ही समाई हुई रहिंदी हर वेले। हुण मन सुख च समाया। आनंद भया सुख सहज समाणे, सतगुरु मेल मिलाई, कहते मेल सतगुरु जी ने कृपा करके मिला दिता। हुण दस दिता भी परमात्मा ओहदी दित्ती हुई दात करके गुरमुखो रज आउंदा ते सीधा परमात्मा कोई मंगो। मन नाम जप नाम आराध, कहते मेरे मन उस परमात्मा का नाम जप उसे दी आराधना कर। अन दिन नाम वखाणी, फिर दिने रात अपने मुख तो उस परमेश्वर का नाम आख्या कर। उपदेश सुन साध संतन का, कहते साधुआं संतां दा उपदेश सुनिया कर, उन्हां दी संगत जाके वो तेनू परमात्मा की वडियाई बाबत दसणगे। उपदेश सुन साधु संतन का सब चूकी कान जमानी, कहते जमा की कान मुक्की जाएगी, फिर कोई जमा का डर नहीं रह जाएगा जे परमात्मा नू जपेगा। जिनको कृपाल हुआ प्रभ मेरा से लागे गुर की बाणी, कहते जिन्हां उत्ते साडा परमात्मा कृपालू होया असीं देखिया वो गुरु की बाणी नाल लगे हुंदे, वो गुरु की बाणी नाल जुड़ जांदे। फिर वो असीं देखिया भी महाराज की बाणी दे प्रेमी है। कीमत कौन करे प्रभ तेरी, तू सर्ब जियां दयाला, कहते परमात्मा तेरी एक मेहर की नज़र की कीमत कौन दस सकता। तू सारे जीवां ते दयालू है, तू दया करने वाला, ते जिस उत्ते तू दया कर देवें तेरी उस कीती हुई दया का मेहर का कोई मुल पा सकता, कोई कीमत नहीं दस सकता। सब कुछ कीता तेरा वर्त है, कहते सब वर्तारा तेरा ही वर्त रहा, सारे कारजां का करता तू है, तां सारे पासे वर्तारा वर्त रहा। सब कुछ कीता तेरा वर्त है, क्या हम बाल गोपाला, कहते असीं ते बच्चे हैं महाराज तेरे, तेरे बालक हैं, असीं की कर सकते हैं। जिवें बालक की रखिया करनी, पालना करनी, उसका ख्याल रखना है, सारा माता पिता नूं फिक्र है। इस तरह कहते असीं ते बच्चे हैं महाराज तेरे, ये सब कुछ ते तेरा ही कीता हो रहा। राख लिहो नानक जाने तुमरा जो पिता पूत कृपाला, कहते महाराज इदां साडी रखिया करो जिवें पुत्र दी पिता करदा, जिवें पुत्र उत्ते पिता कृपालू हुंदा है। बच्चे छोटे नूं साध संगत जी किते खतरा लगे बाहर गली च खेडदे नूं भज के आण के पिता दीयां लत्तां नाल चंबड़ जांदा, उहनूं पता हुंदा यही है मेरा सब तो वड्डा किला। कहंदे जिवें पुत्र नूं पिता दा आसरा, पिता जिवें कृपालू हो के पुत्र दी रखिया करदा, इउं महाराज कृपा करके साडी रखिया करो। राख लिहो नानक जान तुमरा जो पिता पूत कृपाला। ये गुरु अर्जन देव सच्चे पातशाह जी ने साध संगत जी कृपा की। हुण धन गुरु अर्जन देव महाराज सच्चे पातशाह जी के शब्द चलणगे, जिवें महाराज जी कृपा करनगे। आपां फिर कल सवेर नूं
गुरु साहब जी की पावन पितर बाणी की विचार करके लाहा प्राप्त करांगे जी। होइयां भुलां चुकां दी संगत ने खिमा बख्श देनी, लेखा कते न छूटी आखिन खिन भूलणहार बख्शणहार बख्श लै नानक पार उतार। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। रामकली महला तीजा। आनंद एक ओंकार सतगुर प्रसाद। आनंद पाया मेरी माए सतगुरु मैं पाया, सतगुर तां पाया सहज सेती। मन वजियां वाधाइयां, राग रतन परवार परियां शब्द गा बनाइयां। शब्दों ता गाओ हरि केरा, मन जिनी वसाया। कह नानक आनंद होवा सतगुरु मैं पाया। ये मन मेरा तू सदा रहो हर नाले, हर नाल रहो तू मन मेरे दुख सब विसारना। अंगीकार हो करे तेरा, कारज सब सवारना। सबना गल्लां सौरा स्वामी सो क्यों मन वसारे। कह नानक मन मेरे सदा रहो हर नाले, साचे साहिबा क्या नाही कर तेरा। करता तेरे सब किश है, जिस दे सो पावे। सदा सिफ सलाह तेरी, नाम मन वसावे। नाम जिन कै मन वस्या, वाजे शब्द कनेरे। कह नानक सच्चे सा